ਹਾਂਜੀ, ਮੈਂ ਇੱਥੇ ਓਨਟਾਰੀਓ ਕੈਨੇਡਾ ਵਿੱਚ ਰਹਿੰਦਾ ਹਾਂ ਐਂਡ ਮੈਂ ਅਮਰੀਕਨ ਕਾਲਜ ਆਫ ਜਿਹੜਾ ਆਪਣਾ ਹੈਗਾ ਨਿਊਟ੍ਰੀਸ਼ਨ ਸਪੈਸ਼ਲਿਸਟ ਕੋਰਸ ਜਿਹੜਾ ਮੈਂ ਕੀਤਾ ਸੀਗਾ ਅਮਰੀਕਨ ਕਾਉਂਸਲ ਆਫ ਐਕਸਰਸਾਈਜ਼ ਤੋਂ ਕੀਤਾ ਸੀਗਾ ਐਂਡ ਆਮ ਆਲਸੋ ਸਰਟੀਫਾਈਡ ਨਿਊਟ੍ਰੀਸ਼ਨ ਥੈਰੇਪਿਸਟ ਫਰੋਮ ਲਿੰਕਨ ਯੂਨੀਵਰਸਿਟੀ ਕਾਲਜ ਮਲੇਸ਼ੀਆ। ਅਸੀਂ ਆਪਣੀ ਨੈਟਵਰਕ ਆਫ ਇਨਫਲੂਐਂਜ਼ਾ ਕੇਅਰ ਐਕਸਪਰਟਸ ਟੀਮ ਨਾਲ ਲਗਭਗ 50,000 ਤੋਂ ਉੱਤੇ ਕਰੋਨਾ ਦੇ ਪੇਸ਼ੈਂਟ ਠੀਕ ਕਰ ਚੁੱਕੇ ਹਾਂ ਹੁਣ ਤੱਕ, ਬਿਨਾਂ ਕਿਸੇ ਦਵਾਈ ਦੇ ਤੇ ਬਿਨਾਂ ਕਿਸੇ ਖਰਚੇ ਦੇ। ਅੱਜ ਦੇ ਦਿਨ 'ਚ ਆਪਾਂ ਦੇਖਦੇ ਹਾਂ ਦਿੱਲੀ ਦੇ ਕੋਈ ਹਸਪਤਾਲ ਵਿੱਚ ਥਾਂ ਨਹੀਂ ਹੈਗੀ ਤੇ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਕਿ ਤੁਸੀਂ 50,000 ਮਰੀਜ਼ ਠੀਕ ਕੀਤੇ ਨੇ। ਕਿਵੇਂ ਕੀਤੇ ਨੇ? ਫਲੂ ਜਿਹੜਾ ਹੈਗਾ, ਖਾਂਸੀ ਜ਼ੁਕਾਮ ਜਿਹੜਾ ਹੈਗਾ, ਇਹ ਸਾਲ ਵਿੱਚ ਸਰਦੀ ਆਉਂਦੀ ਹੈ, ਸਰਦੀ ਜਾਂਦੀ ਹੈ, ਸਾਲ ਵਿੱਚ 1 ਜਾਂ 2 ਵਾਰੀ ਤਾਂ ਲੋਕਾਂ ਨੂੰ ਹੁੰਦਾ ਹੀ ਹੈਗਾ। ਤੇ ਉਹਦੇ ਵਿੱਚ ਸਿੰਪਟਮਸ ਕੀ ਹੁੰਦੇ ਆ? ਉਹਦੇ ਵਿੱਚ ਖਾਂਸੀ, ਜ਼ੁਕਾਮ, ਬੁਖਾਰ ਆਉਣਾ, ਸਾਂਸ ਲੈਣ ਵਿੱਚ ਕਦੀ ਤਕਲੀਫ ਵੀ ਆ ਸਕਦੀ ਹੈ ਕਿਸੇ ਨੂੰ। ਇਸ ਤੋਂ ਇਲਾਵਾ ਸਮੈਲ ਦਾ ਚਲੇ ਜਾਣਾ, ਟੇਸਟ ਦਾ ਚਲੇ ਜਾਣਾ। ਇਸ ਤੋਂ ਇਲਾਵਾ ਬੋਡੀ ਪੇਨ ਹੋਣਾ, ਹੈਡੇਕ ਹੋਣਾ, ਪੇਟ ਵਿੱਚ ਗੈਸ ਹੋਣਾ। ਇਹ ਸਾਰੇ ਸਿੰਪਟਮਸ ਜਿਹੜੇ ਹੈਗੇ ਇਹ ਪੁਰਾਣੇ ਸਿੰਪਟਮਸ ਹੈਗੇ। ਨਵੀਂ ਚੀਜ਼ ਕੀ ਆਈ ਹੈ? ਕਰੋਨਾ ਦਾ ਟੈਸਟ। ਸੋ ਜਦ ਤੱਕ ਤੁਹਾਨੂੰ ਕਰੋਨਾ ਦਾ ਟੈਸਟ ਨਹੀਂ ਕਰਾਉਣਾ ਤਦ ਤੱਕ ਤੁਸੀਂ ਕਰੋਨਾ ਦੇ ਪੇਸ਼ੈਂਟ ਬਣਦੇ ਨਹੀਂ ਹੈਗੇ। ਸੋ ਜੇ ਮੈਂ ਕਰੋਨਾ ਦਾ ਟੈਸਟ ਨਹੀਂ ਕਰਾਵਾਂਗਾ ਤਾਂ ਮੈਂ ਕਰੋਨਾ ਦਾ ਪੇਸ਼ੈਂਟ ਬਣਾਂਗਾ ਹੀ ਨਹੀਂ। ਮੈਂ ਤਾਂ ਖਾਂਸੀ ਜ਼ੁਕਾਮ ਦਾ ਪੇਸ਼ੈਂਟ ਬਣਾਂਗਾ ਜਾਂ ਸਾਂਸ ਲੈਣ ਦੀ ਤਕਲੀਫ ਦਾ ਪੇਸ਼ੈਂਟ ਬਣਾਂਗਾ ਤੇ ਮੈਂ ਉਹਨੂੰ ਠੀਕ ਕਰਾਂਗਾ ਤਾਂ ਮੈਂ ਠੀਕ ਹੋ ਜਾਵਾਂਗਾ। ਕਿ ਜਿਸ ਬੰਦੇ ਨੇ ਕਰੋਨਾ ਦਾ ਟੈਸਟ ਬਣਾਇਆ ਸੀਗਾ ਉਹਨੇ ਆਪ ਕਿਹਾ ਸੀਗਾ ਕਿ ਇਹ ਟੈਸਟ ਜਿਹੜਾ ਹੈ ਕਿਸੇ ਬਿਮਾਰੀ ਨੂੰ ਨਹੀਂ ਫੜਦਾ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਮਰੀਕਾ ਜਿਹੜੀ ਹੈਗੀ ਉਹਨੇ ਇਹਨੂੰ ਅਜੇ ਤੱਕ ਕਲੀਅਰ ਜਾਂ ਅਪਰੂਵ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਦਿਸ ਇਜ਼ ਫॉर ਐਮਰਜੈਂਸੀ ਯੂਜ਼ ਤੇ ਅਸੀਂ ਇਹਨੂੰ ਅਜੇ ਐਕਸਪੈਰੀਮੈਂਟ ਕਰਦੇ ਪਏ ਹਾਂ। ਇਹ ਫੁੱਲ ਪ੍ਰੂਫ ਟੈਸਟ ਨਹੀਂ ਹੈਗਾ। ਤੇ ਤੁਸੀਂ 4 ਵਾਰ ਟੈਸਟ ਕਰਾਓ, 1 ਵਾਰ ਜਾਂ 2 ਵਾਰ ਨੈਗੇਟਿਵ ਆ ਜਾਏਗਾ, ਜਿੱਥੇ ਦਿਖਾਣਾ ਹੋਏਗਾ ਉਹ ਵਾਲਾ ਨੈਗੇਟਿਵ ਦਿਖਾ ਦੇਣਾ। ਜਿਵੇਂ ਹੁਣ ਦਿੱਲੀ ਦੇ ਵਿੱਚ ਜਿਹੜਾ ਕਿ ਇਸ਼ੂ ਕ੍ਰੀਏਟ ਹੋ ਗਿਆ ਕਿ ਆਕਸੀਜਨ ਦਾ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਲੋਕ ਬੇਹਾਲ ਹੋ ਰਹੇ ਨੇ। ਉਹਦਾ ਕੀ ਰੀਜ਼ਨ ਹੈ? ਆਕਸੀਜਨ ਕਿਵੇਂ ਪ੍ਰੋਵਾਈਡ ਕਰ ਸਕਦੇ ਆਪਾਂ ਉੱਥੇ ਲੋਕਾਂ ਨੂੰ? ਤੇ ਲਗਭਗ ਹਰ ਸਾਲ 2 ਲੱਖ ਲੋਕਾਂ ਦੀ ਨਿਮੋਨੀਆ ਕਰਕੇ ਡੈਥ ਹੁੰਦੀ ਹੀ ਹੈਗੀ ਹੈ। ਈਵਨ ਫਲੂ ਨਾਲ ਵੀ 5 ਜਾਂ 7 ਲੱਖ ਲੋਕਾਂ ਦੀ ਮੌਤ ਫਲੂ ਨਾਲ ਵੀ ਹੁੰਦੀ ਸੀਗੀ ਤੇ ਇਸ ਸਾਲ ਵੀ ਉਹ ਹੋਊਗੀ ਜਿਹੜੀ ਨੈਚੁਰਲੀ ਹਰ ਸਾਲ ਹੁੰਦੀ ਸੀਗੀ। ਸੋ ਇਸ ਸਾਲ ਕੀ ਹੋ ਰਿਹਾ ਹੈ? ਉਸੇ ਡੈਥ ਨੂੰ ਇੰਨਾ ਐਗਜ਼ੈਜਰੇਟ ਮੀਡੀਆ ਹਰ ਰੋਜ਼ ਦਿਖਾ ਰਿਹਾ ਕਿ ਅੱਜ ਦੇ ਨਾਲ ਫਲੂ ਦੀ ਡੈਥ ਹੋਈ, ਮਤਲਬ ਅੱਜ ਕਰੋਨਾ ਨਾਲ ਡੈਥ ਹੋ ਗਈ, ਇੱਥੇ ਸ਼ਮਸ਼ਾਨ ਘਾਟ ਵਿੱਚ ਇਦਾਂ ਹੋ ਗਿਆ, ਉਦਾਂ ਹੋ ਗਿਆ। ਸੋ ਆਪਾਂ ਪਹਿਲਾਂ ਤਾਂ ਇਹ ਦੇਖੀਏ ਮਲੇਰੀਆ ਕਿੱਥੇ ਗਿਆ, ਡੇਂਗੂ ਕਿੱਥੇ ਗਿਆ, ਚਿਕਨਗੁਨੀਆ ਕਿੱਥੇ ਗਿਆ, ਸਵਰਨ ਫਲੂ ਕਿੱਥੇ ਗਿਆ। ਜਦੋਂ ਕਿਸੇ ਨੂੰ ਛਿੱਕ ਵੀ ਆਉਂਦੀ ਹੈ, ਜ਼ੁਕਾਮ ਵੀ ਆਉਂਦਾ ਤੇ ਉਹ ਸਿੱਧਾ ਕਰੋਨਾ ਦਾ ਲੱਛਣ ਲੱਗਣ ਲੱਗ ਪੈਂਦਾ ਤੇ ਉਹ ਕਰੋਨਾ ਦਾ ਟੈਸਟ ਕਰਾਉਣ ਚਲੇ ਜਾਂਦਾ, ਜੋ ਆਪਣੇ ਆਪ ਵਿੱਚ ਫਰਾਡ ਸੀਗਾ। ਜਿਹੜੇ ਅਸਲ ਵਿੱਚ ਸਾਂਸ ਲੈਣ ਦੀ ਤਕਲੀਫ ਦੇ ਪੇਸ਼ੈਂਟ ਕਿਉਂ ਬਣ ਰਹੇ ਨੇ? ਇਸ ਲਈ ਨਹੀਂ ਕਿਉਂਕਿ ਵਾਇਰਸ ਆ ਗਿਆ, ਇਸ ਕਰਕੇ ਕਿਉਂਕਿ ਪਿਛਲੇ 1 ਸਾਲ ਵਿੱਚ ਲਗਾਤਾਰ ਜੋ ਮਾਸਕ ਪਾਉਂਦੇ ਰਹੇ ਸੀਗੇ ਉਸ ਕਰਕੇ ਉਹਨਾਂ ਨੂੰ ਹਾਈਪਰ ਕੈਪਨੀਆ ਹੋ ਗਿਆ, ਯਾਨੀ ਕਿ ਆਪਣੇ ਅੰਦਰ ਆਕਸੀਜਨ ਦੀ ਕਮੀ ਹੋ ਗਈ ਹੈ। ਕਿਉਂਕਿ ਜਦ ਅਸੀਂ ਮਾਸਕ ਲਗਾ ਲੈਂਦੇ ਅੱਗੇ, ਹਾਈਪਰ ਕੈਪਨੀਆ ਦੇ ਵੀ ਉਹੀ ਲੱਛਣ ਨੇ ਜਿਹੜੇ ਕਰੋਨਾ ਦੇ ਲੱਛਣ ਕਹੇ ਜਾ ਰਹੇ ਨੇ। ਸਿਰ ਵਿੱਚ ਦਰਦ, ਬਦਨ ਦਰਦ, ਬੁਖਾਰ, ਜ਼ੁਕਾਮ, ਖਾਂਸੀ, ਇਹ ਸਾਰੀ ਚੀਜ਼ਾਂ ਨੇ ਹਾਈਪਰ ਕੈਪਨੀਆ ਦੀ। ਹੁਣ ਵੈਕਸੀਨ ਕੋਈ ਦਵਾਈ ਤਾਂ ਹੈ ਨਹੀਂ, ਉਹਦੇ ਅੰਦਰ ਕੀ ਹੁੰਦਾ ਹੈ? ਉਹਦੇ ਅੰਦਰ ਵਾਇਰਸ ਦਾ ਹੀ ਵੀਕ ਵਰਜਨ ਹੁੰਦਾ ਹੈ ਜਿਹੜਾ ਸਾਡੇ ਅੰਦਰ ਇੰਜੈਕਟ ਕੀਤਾ ਜਾਂਦਾ ਹੈ। ਹੁਣ ਜੇ ਸਾਡੇ ਅੰਦਰ ਵਾਇਰਸ ਦਾ ਵੀਕ ਵਰਜਨ ਇੰਜੈਕਟ ਕਰ ਦਿੱਤਾ ਗਿਆ ਤੇ ਕਈਆਂ ਨੂੰ ਉਹੀ ਸਿੰਪਟਮਸ ਆ ਰਹੇ ਆ ਜਿਹੜੇ ਕਰੋਨਾ ਵਾਲਿਆਂ ਨੂੰ ਆਉਂਦੇ ਸੀ, ਬੁਖਾਰ, ਜ਼ੁਕਾਮ, ਖਾਂਸੀ, ਸਿਰ ਦਰਦ। ਤੇ ਇੱਥੋਂ ਤੱਕ ਕਿ ਮੈਨੂੰ ਤਾਂ ਡੇਲੀ ਮੈਸੇਜ ਆਉਂਦੇ ਆ ਕਿਸੇ ਨੂੰ ਸੀਰੀਅਸ ਪ੍ਰੋਬਲਮਸ ਵੀ ਆ ਰਹੀਆਂ ਨੇ, ਲੋਕੀ ਵੈਂਟੀਲੇਟਰ ਤੇ ਵੀ ਜਾ ਰਹੇ ਹਨ, ਲੋਕਾਂ ਦੀ ਵੈਕਸੀਨ ਲਾਉਣ ਤੋਂ ਬਾਅਦ ਡੈਥ ਵੀ ਹੋ ਰਹੀ ਹੈਗੀ। ਮੀਡੀਆ ਕੀ ਕਰ ਰਹੀ ਹੈ? ਸਵੇਰੇ ਸ਼ਾਮ ਉਹੀ ਸਿਲੰਡਰ ਦੀ ਕਮੀ, ਆਕਸੀਜਨ ਘਟ ਰਿਹਾ, ਇਹ ਸਾਰੀ ਚੀਜ਼ਾਂ ਦਿਖਾ ਕੇ ਲੋਕਾਂ ਨੂੰ ਪੈਨਿਕ ਵਿੱਚ ਲੈ ਕੇ ਆ ਰਹੀ ਹੈ। ਆਪਾਂ ਨੂੰ ਪਤਾ ਕਿ ਬੰਦਾ ਡਰ ਜਾਂਦਾ ਹੈ ਜਾਂ ਪੈਨਿਕ ਵਿੱਚ ਆ ਜਾਂਦਾ ਹੈ, ਆਟੋਮੈਟਿਕਲੀ ਉਹਦਾ ਜਿਹੜਾ ਇਮਿਊਨ ਰਿਸਪੌਂਸ ਹੈ, ਇਮਿਊਨ ਸਿਸਟਮ ਦੀ ਪਾਵਰ ਹੈ, ਉਹ ਘਟ ਜਾਂਦੀ ਹੈ ਤੇ ਸਟ੍ਰੈਸ ਨਾਲ ਆਟੋਮੈਟਿਕਲੀ ਆਕਸੀਜਨ ਲੈਵਲ ਸਾਡਾ ਘਟਣਾ ਸ਼ੁਰੂ ਹੋ ਜਾਂਦਾ ਹੈ। ਉਹ ਸਟ੍ਰੈਸ ਜਿਹੜਾ ਹੁੰਦਾ ਉਹਦੇ ਨਾਲ ਹੋਰ ਆਕਸੀਜਨ ਘਟ ਜਾਂਦੀ ਹੈ, ਫਿਰ ਉਹ ਪੈਨਿਕ ਦੇ ਮੋਡ ਵਿੱਚ ਆ ਕੇ ਇਸ ਤਰ੍ਹਾਂ ਆਕਸੀਜਨ ਲੈਵਲ ਘਟਦਾ ਜਾਂਦਾ ਹੈ। ਸੋ ਇਹ ਪੈਨਿਕ ਹੀ ਬਹੁਤ ਵੱਡਾ ਸਾਡੇ ਵਾਸਤੇ ਪ੍ਰੋਬਲਮ ਹੈਗੀ। ਤੁਸੀਂ ਚੈੱਕ ਕਰਨਾ ਆਕਸੀਜਨ ਤੇ ਇਹਨੂੰ ਦੱਸਣਾ ਕਿ 96 ਆ ਰਹੀ ਹੈ ਤੇ ਹੋਇਆ ਕਿ ਇਹਨਾਂ ਨੇ ਦੱਸ ਦਿੱਤਾ ਕਿ ਵੀ ਤੁਹਾਡੀ ਆਕਸੀਜਨ 96 ਹੈਗੀ ਤੇ ਐਕਚੁਅਲੀ ਵੀ ਜੋ 67 70 ਇਸ ਤਰ੍ਹਾਂ ਸੀਗੀ। ਤੇ ਜਦੋਂ ਉਹਨੇ ਸੁਣਿਆ ਕਿ 96 ਆ ਰਹੀ ਹੈ ਤੇ ਉਹ ਕਹਿੰਦਾ ਕਿ ਅੱਛਾ ਚਲੋ ਵਧੀਆ, ਮੈਨੂੰ ਤਾਂ ਕੋਈ ਘਬਰਾਹਟ ਹੋ ਹੀ ਨਹੀਂ ਰਹੀ ਹੈ ਨਾ।
ਅਸਲ ਵਿੱਚ ਕਿਸੇ ਨੂੰ ਆਕਸੀਜਨ ਲੈਵਲ ਦੀ ਪ੍ਰੋਬਲਮ ਆਈ ਤੇ ਉਹ ਉਲਟਾ ਹੋ ਕੇ ਲੇਟ ਗਿਆ, ਯਾਨੀ ਕਿ ਛਾਤੀ ਉਹਦੀ ਬੈੱਡ ਦੇ ਵੱਲ ਹੋ ਗਈ, ਕਮਰ ਉਹਦੀ ਛੱਤ ਦੇ ਵੱਲ ਹੋ ਗਈ। ਐਜ਼ ਅ ਰਿਜ਼ਲਟ ਕੀ ਹੁੰਦਾ, ਲੰਗਸ ਉੱਤੇ ਨੂੰ ਆ ਜਾਂਦੀ ਹੈ, ਹਾਰਟ ਥੱਲੇ ਨੂੰ ਆ ਜਾਂਦਾ ਹੈ, ਤਾਂ ਲੰਗਸ ਦੀ ਕੈਪੈਸਿਟੀ ਲਗਭਗ 20% ਵੱਧ ਜਾਂਦੀ ਹੈ। ਤੇ ਥੋੜੇ ਹੀ ਦੇਰ ਬਾਅਦ ਇਸੀ ਪੋਜੀਸ਼ਨ ਵਿੱਚ ਅੱਧੇ ਘੰਟੇ 1 ਘੰਟੇ ਲੇਟਣ ਤੋਂ ਬਾਅਦ ਬੰਦਾ ਦੇਖਦਾ ਹੈ ਕਿ ਉਹਦੀ ਬਰੀਥਿੰਗ ਡਿਫਿਕਲਟੀ ਵੀ ਇੰਪਰੂਵ ਹੋ ਗਈ, ਮਤਲਬ ਸਾਂਸ ਲੈਣ ਵਿੱਚ ਵੀ ਨਾਰਮਲ ਹੋ ਗਿਆ, ਤੇ ਨਾਲ ਹੀ ਜਿਹੜੀ ਆਕਸੀਜਨ ਲੈਵਲ ਸੀ ਉਹ ਵੀ 2% ਵੱਧ ਗਈ 1 ਘੰਟੇ ਦੇ ਅੰਦਰ ਅੰਦਰ। ਪ੍ਰੋਨ ਪੋਜੀਸ਼ਨ ਜਿਹੜੀ ਹੈਗੀ, ਇਹਦੇ ਤੇ ਬਿਜ਼ਨਸ ਨਹੀਂ ਕੀਤਾ ਜਾ ਸਕਦਾ। ਤੁਸੀਂ ਕਿਸੇ ਨੂੰ ਕਹੋਗੇ ਕਿ ਬਈ ਤੂੰ ਉਲਟਾ ਲੇਟ ਜਾ, ਤੇ ਫਿਰ ਤੁਸੀਂ ਪੈਸੇ ਨਹੀਂ ਕਮਾ ਸਕਦੇ। ਇਸ ਕਰਕੇ ਇਸ ਬਾਰੇ ਕੋਈ ਹਸਪੀਟਲ, ਕੋਈ ਡਾਕਟਰ ਦੱਸਦਾ ਨਹੀਂ ਹੈਗਾ। ਫੋਰ ਐਗਜ਼ਾਮਪਲ ਅਸੀਂ ਰੋਡ ਤੇ ਜਾ ਰਹੇ ਹਾਂ, ਸਾਡੀ ਗੱਡੀ ਚੱਲਦੀ ਪਈ ਹੈ, ਉਹਦੇ ਸਿਗਨਲ ਆਉਣ ਲੱਗ ਪਿਆ ਕਿ ਪੈਟਰੋਲ ਤੁਹਾਡਾ ਘਟਦਾ ਪਿਆ। ਪੈਟਰੋਲ ਦਾ ਸਿਗਨਲ ਕੱਟਣ ਦਾ ਆਉਣ ਲੱਗ ਪਿਆ, ਤੇ ਸਿਆਣਾ ਬੰਦਾ ਕੀ ਕਰੂਗਾ, ਉਹ ਪੈਟਰੋਲ ਭਰਾਉਣ ਜਾਊਗਾ। ਲੇਕਿਨ ਅਸੀਂ ਕੀ ਕਰਦੇ ਹਾਂ, ਅਸੀਂ ਉਤਾਰ ਹੀ ਕੱਟ ਦਿੰਦੇ ਹਾਂ ਕਿ ਬਈ ਸਿਗਨਲ ਹੀ ਆਉਣਾ ਬੰਦ ਹੋ ਜਾਵੇ, ਤਾਂ ਹੋਏਗਾ ਕਿ ਐਜ਼ ਅ ਰਿਜ਼ਲਟ ਅੱਗੇ ਜਾ ਕੇ ਸਾਡੀ ਗੱਡੀ ਰੁਕ ਜਾਵੇਗੀ। ਸੋ ਪੈਰਾਸੀਟਾਮੋਲ ਵੀ ਉਹੀ ਚੀਜ਼ ਆ। ਬੁਖਾਰ ਸਾਨੂੰ ਠੀਕ ਕਰਨ ਵਾਸਤੇ ਆਇਆ ਸੀਗਾ। ਬੁਖਾਰ ਦਾ ਵਧਣਾ ਜਿਹੜਾ ਸੀਗਾ, ਉਹ ਵਾਇਰਸ ਨੂੰ ਬਾਹਰ ਕੱਢ ਰਿਹਾ ਸੀਗਾ, ਬਿਮਾਰੀ ਨੂੰ ਬਾਹਰ ਕੱਢ ਰਿਹਾ ਸੀਗਾ। ਅਸੀਂ ਪੈਰਾਸੀਟਾਮੋਲ ਖਾ ਕੇ ਆਪਣੀ ਹੀਲਿੰਗ ਨੂੰ ਹੀ ਡੀਲੇ ਕਰ ਦਿੱਤਾ। ਜਿਵੇਂ ਰੈਮਡੈਸਿਵਿਰ ਦੀ ਗੱਲ ਚੱਲਦੀ ਹੈ ਨਾ, ਕਿ ਰੈਮਡੈਸਿਵਿਰ ਮੈਡੀਸਿਨ ਦੀ ਬਹੁਤ ਲੋੜ ਹੈਗੀ। ਮੈਂ ਕਹਿੰਦਾ ਤੁਸੀਂ ਰੈਮਡੈਸਿਵਿਰ ਨਹੀਂ, ਤੁਸੀਂ ਰਾਮ ਦਾ ਦੇਸੀ ਵੀਰ ਲਓ। ਜਿਹੜਾ ਰਾਮ ਨੇ ਦੇਸੀ ਵੀਰ ਬਣਾਇਆ ਜੋ ਹੈ ਨਾਰੀਅਲ ਪਾਣੀ, ਉਹ ਜਿਹੜਾ ਨਾਰੀਅਲ ਪਾਣੀ ਹੈਗਾ, ਉਹ ਆਪਣੇ ਆਪ ਵਿੱਚ ਹੀ ਕੰਪਲੀਟ ਫੂਡ ਹੈਗਾ। ਉਹਦੇ ਅੰਦਰ ਸਾਰੇ ਮਿਨਰਲਸ ਐਂਡ ਵਿਟਾਮਿਨਸ ਹੈਗੇ, ਉਹ ਸਾਡੀ ਬੋਡੀ ਨੂੰ એનર્ਜੀ ਵੀ ਪ੍ਰੋਵਾਈਡ ਕਰਦੇ ਆ, ਤੇ ਸਾਡੇ ਇਮਿਊਨ ਸਿਸਟਮ ਨੂੰ ਸਪੋਰਟ ਵੀ ਕਰਦੇ ਹੈਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਮਾਫੀ ਕਰਾਵਾਂਗੇ, ਤਰਫੋਂ ਕਰਾਵਾਂਗੇ ਸਾਡੇ ਸਤਿਕਾਰਯੋਗ ਕਮਲਪ੍ਰੀਤ ਸਿੰਘ ਜੀ। ਇਹਨਾਂ ਦੇ ਨਾਲ ਅਸੀਂ ਅੱਜ ਕੁਝ ਖਾਸ ਗੱਲਾਂ ਤੇ ਗੱਲਬਾਤ ਕਰਾਂਗੇ। ਕਮਲਪ੍ਰੀਤ ਸਿੰਘ ਜੋ ਇਸ ਸਮੇਂ ਨਿਊਟ੍ਰੀਸ਼ਨਸ ਥੈਰੇਪਿਸਟ ਹਨ। ਇਹਨਾਂ ਦੇ ਕੋਲੋਂ ਕਾਫੀ ਕੁਝ ਅਸੀਂ ਜਾਣਨਾ ਹੈ। ਅੱਜ ਦੇ ਜੋ ਸਮਾਂ, ਜੋ ਹਾਲਾਤ ਇਸ ਸਮੇਂ ਚੱਲ ਰਹੇ ਨੇ, ਅਸੀਂ ਉਹਦੇ ਉੱਪਰ ਆਪਾਂ ਤੁਹਾਡੇ ਨਾਲ, ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਜੋ ਸਮਾਂ ਕੀ ਹੈ, ਕੋਵਿਡ-19 ਕੋਵਿਡ-19 ਕੀ ਹੈ, ਕਿੱਥੋਂ ਆਇਆ ਹੈ, ਕਿਵੇਂ ਸਾਰੇ ਸੰਸਾਰ ਦੇ ਵਿੱਚ ਇਹਨੇ ਆਪਣੇ ਪੈਰ ਪਸਾਰ ਦਿੱਤੇ ਨੇ। ਇੰਨਾ ਖੌਫ ਅੱਜ ਤੱਕ ਕਦੀ ਦੇਖਿਆ ਨਹੀਂ ਹੈ, ਪਰ ਕਿਵੇਂ ਸਾਰਾ ਕੁਝ ਜਨਤਾ ਦੇ ਵਿੱਚ ਆ ਗਿਆ। ਅੱਜ ਜੋ ਹਾਲਾਤ ਦਿੱਲੀ ਦੇ ਵਿੱਚ ਨੇ, ਉਹਦੇ ਬਾਰੇ ਆਪਾਂ ਜਾਣਨਾ ਚਾਹਾਂਗੇ ਕਿ ਕਿਉਂ ਕ੍ਰੀਏਟ ਹੋ ਰਹੇ ਨੇ, ਇਹਦੇ ਪਿੱਛੇ ਰੀਜ਼ਨ ਕੀ ਹੈ, ਆਕਸੀਜਨ ਕਿੱਥੇ ਚਲਾ ਗਿਆ, ਲੋਕ ਇੰਨੇ ਬੇਬਸ ਕਿਉਂ ਹੋ ਗਏ ਨੇ, ਲੋਕਾਂ ਦੇ ਅੰਦਰ ਇੰਨਾ ਖੌਫ ਕਿਉਂ ਪੈਦਾ ਹੋ ਗਿਆ ਹੈ। ਮਰਨਾ ਤਾਂ ਸਭ ਨੂੰ ਇੱਕ ਨਾ ਇੱਕ ਦਿਨ ਹੈ। ਜੇ ਮੈਂ ਇੱਥੇ ਗੱਲ ਕਰਾਂ, ਇੱਕ ਹੋਰ ਐਡ ਕਰਾਂਗੀ, ਕਿਉਂਕਿ ਹਰ ਸਾਲ ਬਲੱਡ ਪ੍ਰੈਸ਼ਰ ਨਾਲ, ਹਾਰਟ ਅਟੈਕ ਨਾਲ, ਕੈਂਸਰ ਨਾਲ, ਬੋਨ ਟਿਊਮਰ ਨਾਲ ਜਿੱਥੇ ਉਹ ਲੋਕ ਮਰਦੇ ਸਨ, ਉਹ ਚਲੇ ਜਾਂਦੇ ਸਨ ਸੰਸਾਰ ਤੋਂ। ਉਹ ਲੋਕ ਅੱਜ ਕਿੱਥੇ ਗਏ? ਪੂਰਾ 1.5 ਸਾਲ ਹੋ ਗਿਆ, 1.5 year। ਉਹ ਲੋਕਾਂ ਦੇ ਬਾਰੇ ਤਾਂ ਅੱਜ ਕੋਈ ਗੱਲ ਹੀ ਨਹੀਂ ਕਰਦਾ ਕਿ ਕੈਂਸਰ ਨਾਲ ਵੀ ਕੋਈ ਮਰ ਗਿਆ, ਜੇ ਕੋਈ ਬੋਨ ਟਿਊਮਰ ਨਾਲ ਚਲਾ ਗਿਆ, ਜਾਂ ਕਿਸੇ ਨੂੰ ਸਟ੍ਰੋਕ ਆਇਆ, ਹਾਰਟ ਅਟੈਕ ਆਇਆ, ਉਹਦੇ ਨਾਲ ਦੁਨੀਆ ਤੋਂ ਕੋਈ ਚੱਲ ਬਸੀ ਹੈ। ਪਰ ਸਵੇਰੇ ਉੱਠੋ ਤੇ ਰਾਤ ਦਾ ਸਾਰਾ ਦਿਨ WhatsApp ਤੇ, ਮੀਡੀਆ ਤੇ, ਟੈਲੀਵਿਜ਼ਨਾਂ ਤੇ ਬਸ ਕੋਵਿਡ-19 ਤੋਂ ਇਲਾਵਾ ਅਸੀਂ ਹੋਰ ਕੋਈ ਗੱਲ ਨਹੀਂ ਸੁਣ ਰਹੇ ਹਾਂ। ਅੱਜ ਸਾਡੇ ਨਾਲ ਜਿਹੜੇ ਭਾਈ ਸਾਹਿਬ ਜੁੜ ਚੁੱਕੇ ਨੇ, ਭਾਈ ਕਮਲਪ੍ਰੀਤ ਸਿੰਘ, ਅਸੀਂ ਉਹਨਾਂ ਦੇ ਨਾਲ ਤੁਹਾਨੂੰ ਆਪਾਂ ਇੰਟਰੋਡਿਊਸ ਕਰਦੇ ਹਾਂ, ਅਤੇ ਉਹਨਾਂ ਦੇ ਵਿੱਚੋਂ ਆਪਾਂ ਉਹਨਾਂ ਦੇ ਨਾਲ ਗੱਲ ਸਾਂਝੀ ਕਰਾਂਗੇ, ਜਾਵਾਂਗੇ ਕਿ ਆਕਸੀਜਨ ਕਿੱਥੇ ਗਿਆ ਸੰਸਾਰ ਵਿੱਚ, ਕਿਉਂ ਇੰਨਾ ਜ਼ਿਆਦਾ ਪੈਨਿਕ ਹੋਇਆ। ਆਓ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਵਾਗਤ ਕਰਦੇ ਹਾਂ, ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ ਚੈਨਲ ਤੇ, ਅਤੇ ਉਸ ਤੋਂ ਬਾਅਦ ਅਸੀਂ ਸਾਰੇ ਪ੍ਰੋਗਰਾਮ, ਸਾਰੀ ਗੱਲਬਾਤ ਇਹਨਾਂ ਦੇ ਨਾਲ ਹੀ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਜਿੰਨੇ ਵੀ ਸਰੋਤੇ ਤੁਸੀਂ ਦੇਖ ਰਹੇ ਹੋ, ਤੁਸੀਂ ਦੇਖੋ ਤੁਹਾਡੀ ਜ਼ਿੰਦਗੀ ਦੀਆਂ ਕੁਝ ਖਾਸ ਗੱਲਾਂ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਆਪਾਂ ਕਰਨ ਜਾ ਰਹੇ ਹਾਂ। ਤੁਹਾਡੀ ਜ਼ਿੰਦਗੀ ਦੇ ਕੰਮ ਆਉਣ ਵਾਲੀਆਂ ਨੇ। ਜੇ ਜੀਣਾ ਹੈ ਤਾਂ ਜ਼ਰੂਰ ਇਹਨਾਂ ਗੱਲਾਂ ਦਾ ਖਾਸ ਧਿਆਨ ਜ਼ਰੂਰ ਰੱਖਿਓ। ਆਓ ਭਾਈ ਕਮਲਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ ਚੈਨਲ ਦੇ ਉੱਤੇ। ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ। ਪਹਿਲੇ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਆਪਣੇ ਬਾਰੇ ਕੁਝ ਦੱਸੋ ਕਿ ਤੁਸੀਂ ਨਿਊਟ੍ਰੀਸ਼ਨ ਥੈਰੇਪਿਸਟ, ਤੁਸੀਂ ਆਪਣੇ ਬਾਰੇ ਕੁਝ ਦੱਸੋ ਸਾਨੂੰ, ਫਿਰ ਅਸੀਂ ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਸ਼ੁਰੂ ਕਰਾਂਗੇ। ਹਾਂਜੀ, ਮੈਂ ਇੱਥੇ ਓਨਟਾਰੀਓ ਕੈਨੇਡਾ ਵਿੱਚ ਰਹਿੰਦਾ ਹਾਂ, ਐਂਡ ਮੈਂ ਅਮਰੀਕਨ ਕਾਲਜ ਆਫ ਜਿਹੜਾ ਆਪਣਾ ਹੈਗਾ ਨਿਊਟ੍ਰੀਸ਼ਨ ਸਪੈਸ਼ਲਿਸਟ ਕੋਰਸ ਜਿਹੜਾ ਮੈਂ ਕੀਤਾ ਸੀਗਾ, ਅਮਰੀਕਨ ਕਾਉਂਸਲ ਆਫ ਐਕਸਰਸਾਈਜ਼ ਤੋਂ ਕੀਤਾ ਸੀਗਾ, ਐਂਡ ਆਮ ਆਲਸੋ ਸਰਟੀਫਾਈਡ ਨਿਊਟ੍ਰੀਸ਼ਨ ਥੈਰੇਪਿਸਟ ਫਰੋਮ ਲਿੰਕਨ ਯੂਨੀਵਰਸਿਟੀ ਕਾਲਜ ਮਲੇਸ਼ੀਆ। ਇਸ ਤੋਂ ਇਲਾਵਾ ਮੈਂ ਨੈਟਵਰਕ ਆਫ ਇਨਫਲੂਐਂਜ਼ਾ ਕੇਅਰ ਐਕਸਪਰਟਸ ਦਾ ਪਾਰਟ ਹੈਗਾ, ਜੋ ਟੀਮ ਡਾਕਟਰ ਵਿਸ਼ਵਰੂਪ ਰॉय ਚੌਧਰੀ ਜੋ ਮੈਡੀਕਲ ਨਿਊਟ੍ਰੀਸ਼ਨਿਸਟ ਨੇ ਇੰਡੀਆ ਵਿੱਚ, ਉਹਨਾਂ ਨੇ, ਤੇ ਡਾਕਟਰ KB ਤਿਮਾ ਨੇ, ਜੋ ਕਿ ਇੱਕ ਪਲਮੋਨੋਲੋਜਿਸਟ ਯਾਨੀ ਕਿ ਚੈਸਟ ਦੇ ਸਪੈਸ਼ਲਿਸਟ ਸੀਗੇ, MBBS ਡਾਕਟਰ ਸੀਗੇ, ਜਿਨ੍ਹਾਂ ਨੂੰ 33 ਇਅਰਸ ਤੋਂ ਉੱਤੇ ਐਕਸਪੀਰੀਅੰਸ ਹੈਗਾ ਲੰਗਸ ਦੇ ਕੇਸਿਸ ਡੀਲ ਕਰਦੇ ਵਕਤ। ਸੋ ਉਹਨਾਂ ਦੇ ਅੰਡਰ ਮੈਂ ਗਾਈਡੈਂਸ ਲੈ ਕੇ, ਉਹਨਾਂ ਤੋਂ ਟ੍ਰੇਨਿੰਗ ਲੈ ਕੇ, ਮੈਂ ਪਿਛਲੇ ਸਾਲ
ਇਹਨਾਂ ਦੀ ਟੀਮ ਜੁਆਇਨ ਕੀਤੀ ਐਂਡ ਅਸੀਂ ਆਪਣੀ ਨੈਟਵਰਕ ਆਫ ਇਨਫਲੂਐਂਜ਼ਾ ਕੇਅਰ ਐਕਸਪਰਟਸ ਦੀ ਟੀਮ ਨਾਲ ਲਗਭਗ 50,000 ਤੋਂ ਉੱਤੇ ਕਰੋਨਾ ਦੇ ਪੇਸ਼ੈਂਟ ਠੀਕ ਕਰ ਚੁੱਕੇ ਆ ਹੁਣ ਤੱਕ, ਬਿਨਾਂ ਕਿਸੇ ਦਵਾਈ ਦੇ ਤੇ ਬਿਨਾਂ ਕਿਸੇ ਖਰਚੇ ਦੇ। ਪਰ 50,000 ਬਿਨਾਂ ਦਵਾਈ ਦੇ ਤੇ ਬਿਨਾਂ ਖਰਚੇ ਦੇ ਉਹ ਕਿਵੇਂ ਤੁਸੀਂ ਠੀਕ ਕੀਤੇ ਨੇ? ਕਿਉਂਕਿ ਜਿੱਥੇ ਅੱਜ ਦੇ ਦਿਨ 'ਚ ਆਪਾਂ ਦੇਖਦੇ ਹਾਂ ਦਿੱਲੀ ਦੇ ਕੋਈ ਹਸਪਤਾਲ ਵਿੱਚ ਥਾਂ ਨਹੀਂ ਹੈਗੀ, ਤੇ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਕਿ ਤੁਸੀਂ 50,000 ਮਰੀਜ਼ ਠੀਕ ਕੀਤੇ ਨੇ, ਕਿਵੇਂ ਕੀਤੇ ਨੇ ਤੁਸੀਂ ਹਾਂਜੀ, ਸੋ ਬੇਸਿਕਲੀ ਜੇ ਆਪਾਂ ਗੱਲ ਕਰੀਏ ਕਰੋਨਾ ਬਾਰੇ ਤੇ ਉਹ ਕਿਵੇਂ ਠੀਕ ਕੀਤੇ, ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਕਰੋਨਾ ਹੁੰਦਾ ਕਿਵੇਂ ਹੈਗਾ, ਹੈਨਾ? ਕਰੋਨਾ ਦਾ ਪੇਸ਼ੈਂਟ ਬਣਦਾ ਕਿਵੇਂ ਹੈ ਕੋਈ? ਹੁਣ ਫੋਰ ਐਗਜ਼ਾਮਪਲ ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਸੀਗੇ ਕਿ ਆਪ ਜੀ ਨੂੰ ਵੀ ਫਲੂ ਹੋਇਆ ਸੀਗਾ ਸੈਪਟੈਂਬਰ ਵਿੱਚ, ਤੇ ਅੱਜ ਤੋਂ ਕੁਛ ਸਾਲ ਪਹਿਲਾਂ ਵੀ ਹੁੰਦਾ ਸੀਗਾ। ਮੈਨੂੰ ਵੀ ਹੋਇਆ ਸੀ 4-5 ਸਾਲ ਪਹਿਲਾਂ, ਇੰਨਾ ਸੀਵੀਅਰ ਕਿ ਮੈਂ ਲਗਭਗ 1 ਹਫ਼ਤੇ ਤੱਕ ਬੈੱਡ ਤੇ ਹੀ ਪਿਆ ਰਿਹਾ ਸੀਗਾ ਲੰਮਾ। ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਜਿੰਦਾ ਰਹਿਣਾ ਕਿ ਨਹੀਂ, ਮੇਰੀ ਹਾਲਤ ਖਰਾਬ ਹੋ ਗਈ ਸੀ। ਬਟ ਉਸ ਵੇਲੇ ਤਾਂ ਕੋਈ ਕਰੋਨਾ ਨਹੀਂ ਸੀਗਾ। ਸੋ ਕਹਿਣ ਦਾ ਮਤਲਬ ਕਿ ਫਲੂ ਜਿਹੜਾ ਹੈਗਾ, ਖਾਂਸੀ ਜ਼ੁਕਾਮ ਜਿਹੜਾ ਹੈਗਾ, ਇਹ ਸਾਲ ਵਿੱਚ ਸਰਦੀ ਆਉਂਦੀ ਹੈ, ਸਰਦੀ ਜਾਂਦੀ ਹੈ, ਸਾਲ ਵਿੱਚ 1 ਜਾਂ 2 ਵਾਰੀ ਤਾਂ ਲੋਕਾਂ ਨੂੰ ਹੁੰਦਾ ਹੀ ਹੈਗਾ। ਤੇ ਉਹਦੇ ਵਿੱਚ ਸਿੰਪਟਮਸ ਕੀ ਹੁੰਦੇ ਆ? ਉਹਦੇ ਵਿੱਚ ਖਾਂਸੀ, ਜ਼ੁਕਾਮ, ਬੁਖਾਰ ਆਉਣਾ, ਸਾਂਸ ਲੈਣ ਵਿੱਚ ਕਦੀ-ਕਦੀ ਤਕਲੀਫ ਵੀ ਆ ਸਕਦੀ ਹੈ ਕਿਸੇ ਨੂੰ। ਇਸ ਤੋਂ ਇਲਾਵਾ ਸਮੈਲ ਦਾ ਚਲੇ ਜਾਣਾ, ਟੇਸਟ ਦਾ ਚਲੇ ਜਾਣਾ। ਇਸ ਤੋਂ ਇਲਾਵਾ ਬੋਡੀ ਪੇਨ ਹੋਣਾ, ਹੈਡੇਕ ਹੋਣਾ, ਪੇਟ ਵਿੱਚ ਗੈਸ ਹੋਣਾ, ਇਹ ਸਾਰੇ ਸਿੰਪਟਮਸ ਜਿਹੜੇ ਹੈਗੇ, ਇਹ ਪੁਰਾਣੇ ਸਿੰਪਟਮਸ ਹੈਗੇ। ਸੋ ਹੁਣ ਨਵੀਂ ਚੀਜ਼ ਕੀ ਆਈ ਹੈ? ਕਰੋਨਾ ਦਾ ਟੈਸਟ। ਸੋ ਜਦ ਤੱਕ ਤੁਹਾਨੂੰ ਕਰੋਨਾ ਦਾ ਟੈਸਟ ਨਹੀਂ ਕਰਾਉਣਾ, ਤਦ ਤੱਕ ਤੁਸੀਂ ਕਰੋਨਾ ਦੇ ਪੇਸ਼ੈਂਟ ਬਣਦੇ ਨਹੀਂ ਹੈਗੇ। ਫੋਰ ਐਗਜ਼ਾਮਪਲ ਮੈਨੂੰ ਹੁਣ ਸਾਂਸ ਲੈਣ ਵਿੱਚ ਤਕਲੀਫ ਆਉਣ ਲੱਗ ਪਈ ਜਾਂ ਫਿਰ ਮੈਨੂੰ ਖਾਂਸੀ ਆਉਣ ਲੱਗ ਪਈ, ਤੇ ਇਹ ਸਿੰਪਟਮ ਹੈਗਾ ਮੇਰਾ, ਇਹ ਮੇਰੀ ਬਿਮਾਰੀ ਹੈਗੀ, ਫਲੂ ਲਾਈਕ ਸਿੰਪਟਮ ਹੈਗੇ। ਲੇਕਿਨ ਜਦ ਮੈਂ ਟੈਸਟ ਕਰਾਉਂਦਾ ਕਰੋਨਾ ਦਾ, ਪੋਜ਼ੀਟਿਵ ਆਉਂਦਾ, ਉਸ ਤੋਂ ਬਾਅਦ ਮੈਂ ਕਰੋਨਾ ਦਾ ਪੋਜ਼ੀਟਿਵ ਕੇਸ ਬਣਦਾ। ਮਤਲਬ ਕਰੋਨਾ ਦਾ ਮੈਨੂੰ ਹੁੰਦਾ ਕਦ ਹੈ? ਟੈਸਟ ਕਰਾਉਣ ਤੋਂ ਬਾਅਦ। ਸੋ ਜੇ ਮੈਂ ਕਰੋਨਾ ਦਾ ਟੈਸਟ ਨਹੀਂ ਕਰਾਵਾਂਗਾ ਤਾਂ ਮੈਂ ਕਰੋਨਾ ਦਾ ਪੇਸ਼ੈਂਟ ਬਣਾਂਗਾ ਹੀ ਨਹੀਂ। ਮੈਂ ਤਾਂ ਖਾਂਸੀ ਜ਼ੁਕਾਮ ਦਾ ਪੇਸ਼ੈਂਟ ਬਣਾਂਗਾ ਜਾਂ ਸਾਂਸ ਲੈਣ ਦੀ ਤਕਲੀਫ ਦਾ ਪੇਸ਼ੈਂਟ ਬਣਾਂਗਾ, ਤੇ ਮੈਂ ਉਹਨੂੰ ਠੀਕ ਕਰਾਂਗਾ ਤਾਂ ਮੈਂ ਠੀਕ ਹੋ ਜਾਵਾਂਗਾ। ਉੱਥੇ ਟੈਸਟ ਕਰਾਉਣ ਦਾ ਕੋਈ ਪੁਆਇੰਟ ਬਣਦਾ ਹੈ ਕਿ ਨਹੀਂ ਬਣਦਾ, ਉਹ ਮੈਂ ਤੁਹਾਨੂੰ ਉਸਦੇ ਵਾਸਤੇ 10 ਪੁਆਇੰਟ ਦੇਣਾ ਚਾਹੁੰਦਾ ਹਾਂ। ਪਹਿਲੀ ਪੁਆਇੰਟ ਤਾਂ ਇਹ ਹੈਗੀ ਕਿ ਜਿਸ ਬੰਦੇ ਨੇ ਉਹ ਕਰੋਨਾ ਦਾ ਟੈਸਟ ਬਣਾਇਆ ਸੀਗਾ, ਉਹਨੇ ਆਪ ਕਿਹਾ ਸੀਗਾ ਕਿ ਇਹ ਟੈਸਟ ਜਿਹੜਾ ਹੈ ਕਿਸੇ ਬਿਮਾਰੀ ਨੂੰ ਨਹੀਂ ਫੜਦਾ। ਦੂਜਾ ਪੁਆਇੰਟ ਇਹ ਹੈਗਾ ਕਿ ਜਿਸ ਮੈਨੂਫੈਕਚਰਰ ਨੇ ਇਸ ਟੈਸਟ ਨੂੰ ਬਣਾਇਆ ਹੈ, ਉਹਨੇ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ, ਦਿਸ ਟੈਸਟ ਇਜ਼ ਨੋਟ ਫॉर ਡਾਇਗਨੋਸਿਸ, ਦਿਸ ਇਜ਼ ਓਨਲੀ ਫॉर ਰਿਸਰਚ। ਇਸ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਮਰੀਕਾ ਜਿਹੜੀ ਹੈਗੀ, ਉਹਨੇ ਇਹਨੂੰ ਅਜੇ ਤੱਕ ਕਲੀਅਰ ਜਾਂ ਅਪਰੂਵ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਦਿਸ ਇਜ਼ ਫॉर ਐਮਰਜੈਂਸੀ ਯੂਜ਼, ਤੇ ਅਸੀਂ ਇਹਨੂੰ ਅਜੇ ਐਕਸਪੈਰੀਮੈਂਟ ਕਰਦੇ ਪਏ ਹਾਂ, ਇਹ ਫੁੱਲ ਪ੍ਰੂਫ ਟੈਸਟ ਨਹੀਂ ਹੈਗਾ। ਇਸ ਤੋਂ ਇਲਾਵਾ ਰੀਸੈਂਟਲੀ ਆਸਟਰੀਅਨ ਕੋਰਟ ਤੇ ਪੋਰਟੁਗਲ ਕੋਰਟ ਨੇ ਇਸ ਟੈਸਟ ਨੂੰ ਕਿਹਾ ਸੀਗਾ ਕਿ ਇਹ ਮਤਲਬ ਠੀਕ ਨਹੀਂ ਹੈਗਾ, ਤੇ ਇਹਦੇ ਬੇਸਿਸ ਤੇ ਰੋਂਗ ਕੇਸਿਸ ਨਿਕਲਦੇ, ਰੋਂਗ ਫਾਲਸ ਪੋਜ਼ਿਟਿਵ ਨਿਕਲਦੇ। ਐਜ਼ ਅ ਰਿਜ਼ਲਟ ਆਪਾਂ ਇਹਦੇ ਬੇਸਿਸ ਤੇ ਕਿਸੇ ਨੂੰ ਕੁਆਰੰਟਾਈਨ ਕਰੀਏ, ਇਹ ਇਲੀਗਲ, ਇਨਵੈਲਿਡ ਤੇ ਇਨਐਪਰੋਪ੍ਰੀਏਟ ਹੈਗਾ। ਇਸ ਤੋਂ ਇਲਾਵਾ ਮੇਰੀ ਬਹੁਤ ਸਾਰੇ ਡਾਕਟਰਸ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਬਿਕਾਜ਼ ਆਈ ਐਮ ਵਿਦ ਅ ਟੀਮ ਆਫ ਡਾਕਟਰਸ। ਸੋ ਡਾਕਟਰ ਤਰੁਣ ਕੋਠਾਰੀ MBBS MD ਦਿੱਲੀ ਵਿੱਚ ਹੈਗੇ, ਉਹਨਾਂ ਨੇ ਮੈਨੂੰ ਦੱਸਿਆ ਰਾਜਸਥਾਨ ਵਿੱਚ ਇੱਕ ਲੇਡੀ ਸੀਗੀ, 31 ਟਾਈਮਸ ਉਹਦਾ ਪੋਜ਼ਿਟਿਵ ਆਇਆ 5 ਮਹੀਨਿਆਂ ਵਿੱਚ। 31 ਟਾਈਮਸ ਵੀ ਕਿਸੇ ਦਾ ਪੋਜ਼ਿਟਿਵ ਆਏ ਤੇ ਉਹ ਠੀਕ ਰਵੇ, ਤੇ ਇਹ ਤਾਂ ਟੈਸਟ ਫਰਾਡ ਹੀ ਲੱਗਦਾ ਆ। ਇਸ ਤੋਂ ਇਲਾਵਾ ਡਾਕਟਰ ਵਿਸ਼ਵਰੂਪ ਰॉय ਚੌਧਰੀ ਜੀ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਪੇਸ਼ੈਂਟ ਸਿੰਪਟੋਮੈਟਿਕਲੀ ਠੀਕ ਹੋ ਜਾਂਦੇ ਆ, ਬਟ ਟੈਸਟ ਕਰਾਉਂਦੇ ਤਾਂ ਫਿਰ ਪੋਜ਼ਿਟਿਵ ਆ ਜਾਂਦਾ ਹੈ। ਸੋ ਕਹਿੰਦੇ ਤੁਸੀਂ 4 ਵਾਰ ਟੈਸਟ ਕਰਾਓ, 1 ਵਾਰ ਜਾਂ 2 ਵਾਰ ਨੈਗੇਟਿਵ ਆ ਜਾਏਗਾ, ਜਿੱਥੇ ਦਿਖਾਣਾ ਹੋਏਗਾ ਉਹ ਵਾਲਾ ਨੈਗੇਟਿਵ ਦਿਖਾ ਦੇਣਾ। ਸੋ ਇਸ ਤਰ੍ਹਾਂ ਆਪਾਂ ਦੇਖੀਏ ਤੇ ਬਹੁਤ ਸਾਰੇ ਪੁਆਇੰਟ ਨਿਕਲ ਕੇ ਆਉਂਦੇ ਆ, ਇੱਥੋਂ ਤੱਕ ਕਿ ਮੈਨੂੰ ਹੈਲਥ ਕੇਅਰ ਵਰਕਰਸ ਯਾਨੀ ਹਸਪੀਟਲ ਵਿੱਚ ਨਰਸਿਸ ਜਿਹੜੇ ਕੰਮ ਕਰਦੇ ਆ, ਉਹਨਾਂ ਦਾ ਵੀ ਮੈਸੇਜ ਪਰਸਨਲੀ ਆਇਆ ਹੋਇਆ ਹੈ ਕਿ ਇੱਥੇ ਫਰਾਡ ਚੱਲਦਾ ਪਿਆ, ਪੋਜ਼ਿਟਿਵ ਨੈਗੇਟਿਵ ਦਾ ਗੇਮ ਚੱਲਦੇ ਪਿਆ, ਪੈਸੇ ਦੇ ਕੇ ਸਭ ਕੁਝ ਹੋ ਰਿਹਾ ਹੈ ਇੱਥੇ। ਸੋ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਕਰੋਨਾ ਦਾ ਟੈਸਟ ਹੈ ਉਹ ਆਪਣੇ ਆਪ ਵਿੱਚ ਹੀ ਇੱਕ ਸਕੈਮ ਹੈਗਾ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀ ਬਿਮਾਰੀਆਂ ਵਿੱਚ ਇਸ ਤਰ੍ਹਾਂ ਦੇ ਸਕੈਮ ਕੀਤੇ ਜਾ ਚੁੱਕੇ ਹੈ, ਤੇ ਜੇ ਤੁਸੀਂ ਕਰੋਨਾ ਦਾ ਟੈਸਟ ਨਹੀਂ ਕਰਾਓਗੇ, ਤੁਸੀਂ ਪੈਨਿਕ ਵਿੱਚ ਨਹੀਂ ਆਓਗੇ। ਦੂਜੀ ਗੱਲ, ਤੁਸੀਂ ਕਰੋਨਾ ਦਾ ਪੇਸ਼ੈਂਟ ਨਹੀਂ ਬਣੋਗੇ। ਤੀਜੀ ਗੱਲ, ਤੁਹਾਨੂੰ ਜਿਹੜਾ ਖਾਂਸੀ ਜ਼ੁਕਾਮ ਸਾਂਸ ਲੈਣ ਵਿੱਚ ਤਕਲੀਫ ਹੈ, ਤੁਸੀਂ ਉਹਨੂੰ ਆਪਣੇ ਆਪ ਘਰ ਵਿੱਚ ਰਹਿ ਕੇ ਠੀਕ ਕਰ ਸਕਦੇ ਹੋ ਵਿਦ ਦਾ ਰਾਈਟ ਅਮਾਉਂਟ ਆਫ ਟ੍ਰੇਨਿੰਗ, ਜੋ ਅਸੀਂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ। ਜਿਵੇਂ ਹੁਣ ਦਿੱਲੀ ਦੇ ਵਿੱਚ ਜਿਹੜਾ ਕਿ ਇਸ਼ੂ ਕ੍ਰੀਏਟ ਹੋ ਗਿਆ ਕਿ ਆਕਸੀਜਨ ਦਾ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਲੋਕ ਬੇਹਾਲ ਹੋ ਰਹੇ ਨੇ, ਉਹਦਾ ਕੀ ਰੀਜ਼ਨ ਹੈ? ਆਕਸੀਜਨ ਕਿਵੇਂ ਪ੍ਰੋਵਾਈਡ ਕਰ ਸਕਦੇ ਹਾਂ ਆਪਾਂ ਉੱਥੇ ਲੋਕਾਂ ਨੂੰ? ਹਾਂਜੀ, ਇਹ ਤੇ ਬੜਾ ਇੰਪੋਰਟੈਂਟ ਕੁਐਸਚਨ ਹੈਗਾ ਆਕਸੀਜਨ ਬਾਰੇ। ਸੋ ਆਪਾਂ ਦੇਖੀਏ ਤਾਂ ਜਿਵੇਂ ਮੈਂ ਦੱਸਿਆ ਸੀਗਾ, ਸਾਲ ਅੱਜ ਤੋਂ ਪਹਿਲਾਂ ਵੀ ਫਲੂ ਨਾਲ ਤੇ ਨਿਊਮੋਨੀਆ ਹੁੰਦਾ, ਲੰਗਸ ਵਿੱਚ ਇਨਫੈਕਸ਼ਨ ਹੋ ਜਾਂਦਾ, ਐਜ਼ ਅ ਰਿਜ਼ਲਟ ਸਾਂਸ ਲੈਣ ਵਿੱਚ ਥੋੜੀ ਤਕਲੀਫ ਆ ਜਾਂਦੀ ਹੈ, ਤੇ ਉਹਦੇ ਕਰਕੇ ਡੈਥ ਵੀ ਹੋ ਸਕਦੀ ਹੈ ਕਈਆਂ ਦੀ, ਤੇ ਮੋਸਟਲੀ ਰਿਕਵਰ ਕਰ ਜਾਂਦੀ ਹੈ। ਤੇ ਲਗਭਗ ਹਰ ਸਾਲ 2 ਲੱਖ ਲੋਕਾਂ ਦੀ ਨਿਊਮੋਨੀਆ ਕਰਕੇ ਡੈਥ ਹੁੰਦੀ ਹੀ ਹੈਗੀ ਹੈ। ਈਵਨ ਫਲੂ ਨਾਲ ਵੀ 5-7 ਲੱਖ ਲੋਕਾਂ 5 ਜਾਂ 7 ਲੱਖ ਲੋਕਾਂ ਦੀ ਮੌਤ ਫਲੂ ਨਾਲ ਵੀ ਹੁੰਦੀ ਸੀਗੀ, ਤੇ ਇਸ ਸਾਲ ਵੀ ਉਹ ਹੋਊਗੀ ਜਿਹੜੀ ਨੈਚੁਰਲੀ ਹਰ ਸਾਲ ਹੁੰਦੀ ਸੀਗੀ। ਸੋ ਇਸ ਸਾਲ ਕੀ ਹੋ ਰਿਹਾ ਹੈ, ਉਸੀ ਡੈਥ ਨੂੰ ਇੰਨਾ ਐਗਜ਼ੈਜਰੇਟ ਮੀਡੀਆ ਹਰ ਰੋਜ਼ ਦਿਖਾ ਰਿਹਾ ਕਿ ਅੱਜ ਇਹਦੇ ਨਾਲ ਫਲੂ ਦੀ ਡੈਥ ਹੋਈ, ਮਤਲਬ ਅੱਜ ਕਰੋਨਾ ਨਾਲ ਡੈਥ ਹੋ ਗਈ, ਇੱਥੇ ਸ਼ਮਸ਼ਾਨ ਘਾਟ ਵਿੱਚ ਇਦਾਂ ਹੋ ਗਿਆ, ਉਦਾਂ ਹੋ ਗਿਆ। ਸੋ ਆਪਾਂ ਪਹਿਲਾਂ ਤਾਂ ਇਹ ਦੇਖੀਏ, ਮਲੇਰੀਆ ਕਿੱਥੇ ਗਿਆ, ਡੇਂਗੂ ਕਿੱਥੇ ਗਿਆ, ਚਿਕਨਗੁਨੀਆ ਕਿੱਥੇ ਗਿਆ, ਸਾਧਾਰਨ ਫਲੂ ਕਿੱਥੇ ਗਿਆ। ਜਦੋਂ ਕਿਸੇ ਨੂੰ ਛਿੱਕ ਵੀ ਆਉਂਦੀ ਹੈ, ਜ਼ੁਕਾਮ ਵੀ ਆਉਂਦਾ, ਤੇ ਉਹ ਸਿੱਧਾ ਕਰੋਨਾ ਦਾ ਲੱਛਣ ਲੱਗਣ ਲੱਗ ਪੈਂਦਾ, ਤੇ ਉਹ ਕਰੋਨਾ ਦਾ ਟੈਸਟ ਕਰਨ ਚਲੇ ਜਾਂਦਾ, ਜੋ ਆਪਣੇ ਆਪ ਵਿੱਚ ਫਰਾਡ ਸੀਗਾ। ਸੋ ਇੱਥੇ ਗੱਲ ਇਹ ਕਿ ਆਪਾਂ ਕਰਦੇ ਸੀਗੇ ਕਿ ਪਹਿਲੀ ਗੱਲ ਤਾਂ ਜਿਹੜੀ ਹੈਗੀ, ਸਾਧਾਰਨ ਫਲੂ ਹਰ ਸਾਲ ਆਉਂਦਾ ਹੀ ਹੈਗਾ, ਉਹਦੇ ਵਿੱਚ ਵੀ ਸਾਂਸ ਲੈਣ ਦੀ ਤਕਲੀਫ ਆਉਂਦੀ ਸੀਗੀ। ਦੂਜਾ ਪੁਆਇੰਟ ਜਿਹੜਾ ਹੈਗਾ, ਉਹ ਹੈਗਾ ਹਾਈਪਰ ਕੈਪਨੀਆ। ਕਈ ਸਾਰੇ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਜਿਹੜੇ ਅਸਲ ਵਿੱਚ ਸਾਂਸ ਲੈਣ ਦੀ ਤਕਲੀਫ ਦੇ ਪੇਸ਼ੈਂਟ ਕਿਉਂ ਬਣ ਰਹੇ ਨੇ? ਇਸ ਲਈ ਨਹੀਂ ਕਿਉਂਕਿ ਵਾਇਰਸ ਆ ਗਿਆ, ਇਸ ਕਰਕੇ ਕਿਉਂਕਿ ਪਿਛਲੇ 1 ਸਾਲ ਵਿੱਚ
ਲਗਾਤਾਰ ਜੋ ਮਾਸਕ ਪਾਉਂਦੇ ਰਹੇ ਸੀਗੇ, ਉਸ ਕਰਕੇ ਉਹਨਾਂ ਨੂੰ ਹਾਈਪਰਕੈਪਨੀਆ ਹੋ ਗਿਆ, ਯਾਨੀ ਕਿ ਆਪਣੇ ਅੰਦਰ ਆਕਸੀਜਨ ਦੀ ਕਮੀ ਹੋ ਗਈ ਹੈ। ਕਿਉਂਕਿ ਜਦ ਅਸੀਂ ਮਾਸਕ ਲਗਾ ਲੈਂਦੇ ਹਾਂ ਅੱਗੇ, ਤੇ ਸਾਡੇ ਅੰਦਰੋਂ ਜਿਹੜੀ ਕਾਰਬਨ ਡਾਈਆਕਸਾਈਡ ਨਿਕਲਦੀ ਹੈ, ਆਪਾਂ ਉਸੀ ਨੂੰ ਹੀ ਰੀਬਰੀਥ ਕਰਦੇ ਹਾਂ। ਰੀਬਰੀਥ ਕਰਨ ਕਰਕੇ ਸਾਡੀ ਬਾਡੀ ਦਾ ਆਕਸੀਜਨ ਲੈਵਲ ਆਟੋਮੈਟਿਕਲੀ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਘਟਣਾ ਸ਼ੁਰੂ ਹੋ ਜਾਂਦਾ ਹੈ, ਤੇ ਸਾਡੇ ਅੰਦਰ ਕਾਰਬਨ ਡਾਈਆਕਸਾਈਡ ਦੀ ਟੌਕਸਿਸਿਟੀ ਹੋ ਜਾਂਦੀ ਹੈ। ਔਰ ਹਾਈਪਰਕੈਪਨੀਆ ਦੇ ਵੀ ਉਹੀ ਲੱਛਣ ਨੇ ਜਿਹੜੇ ਕਰੋਨਾ ਦੇ ਲੱਛਣ ਕਹੇ ਜਾ ਰਹੇ ਨੇ, ਸਿਰ ਵਿੱਚ ਦਰਦ, ਬਦਨ ਦਰਦ, ਬੁਖਾਰ, ਜ਼ੁਕਾਮ, ਖਾਂਸੀ, ਇਹ ਸਾਰੀ ਚੀਜ਼ਾਂ ਨੇ ਹਾਈਪਰਕੈਪਨੀਆ ਦੀ। ਸੋ ਦੈਟ ਮੀਨਸ ਕਿ ਜਦ ਉਹ ਸੀਜ਼ਨਲ ਫਲੂ ਆਏਗਾ, ਤੇ ਜਿਹਨੂੰ ਹਾਈਪਰਕੈਪਨੀਆ ਦੀ ਪ੍ਰੋਬਲਮ ਆ ਰਹੀ ਸੀਗੀ, ਉਹਨੂੰ ਡਬਲ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ। ਐਜ਼ ਅ ਰਿਜ਼ਲਟ ਜਿਹੜਾ ਬੁਖਾਰ ਉਹਨਾਂ ਨੂੰ 4-5 ਦਿਨ ਵਿੱਚ ਠੀਕ ਹੋਣਾ ਸੀਗਾ, ਉਹ ਹੁਣ 10-10 15 ਦਿਨ ਲਗਾਏਗਾ ਠੀਕ ਹੋਣ ਵਿੱਚ। ਸੋ ਦੋ ਕੇਸ ਤਾਂ ਇਹ ਹੋ ਗਏ। ਤੀਜਾ ਕੇਸ ਆਪਾਂ ਦੇਖੀਏ ਵੈਕਸੀਨੇਟਡ ਪੀਪਲ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਕਰੋਨਾ ਫੈਲਦਾ ਹੈ, ਯਾਨੀ ਕਿ ਆਪਾਂ ਸਾਂਸ ਲੈਂਦੇ ਹਾਂ ਜਾਂ ਬੋਲਦੇ ਹਾਂ, ਤੇ ਸਾਡੇ ਅੰਦਰ ਕਰੋਨਾ ਹੈ, ਤੇ ਉਹ ਫੈਲ ਕੇ ਦੂਜਿਆਂ ਨੂੰ ਇਨਫੈਕਟ ਕਰ ਸਕਦਾ ਹੈ। ਹੁਣ ਆਪਾਂ ਇੱਕ ਚੀਜ਼ ਸਮਝੀਏ, ਜਿਹੜੀ ਵੈਕਸੀਨੇਸ਼ਨ ਹੈਗੀ ਆ, ਹੁਣ ਲਗਭਗ ਇੰਡੀਆ ਵਿੱਚ 10 ਕਰੋੜ 13 ਕਰੋੜ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਆ। ਹੁਣ ਵੈਕਸੀਨ ਕੋਈ ਦਵਾਈ ਤਾਂ ਹੈ ਨਹੀਂ, ਉਹਦੇ ਅੰਦਰ ਕੀ ਹੁੰਦਾ ਹੈ, ਉਹਦੇ ਅੰਦਰ ਵਾਇਰਸ ਦਾ ਹੀ ਵੀਕ ਵਰਜਨ ਹੁੰਦਾ ਹੈ, ਜਿਹੜਾ ਸਾਡੇ ਅੰਦਰ ਇੰਜੈਕਟ ਕੀਤਾ ਜਾਂਦਾ ਹੈ। ਹੁਣ ਜੇ ਸਾਡੇ ਅੰਦਰ ਵਾਇਰਸ ਦਾ ਵੀਕ ਵਰਜਨ ਇੰਜੈਕਟ ਕਰ ਦਿੱਤਾ ਗਿਆ, ਤੇ ਕਈਆਂ ਨੂੰ ਉਹੀ ਸਿੰਪਟਮਸ ਆ ਰਹੇ ਆ ਜਿਹੜੇ ਕਰੋਨਾ ਵਾਲਿਆਂ ਨੂੰ ਆਉਂਦੇ ਸੀ, ਬੁਖਾਰ, ਜ਼ੁਕਾਮ, ਖਾਂਸੀ, ਸਿਰ ਦਰਦ। ਤੇ ਇੱਥੋਂ ਤੱਕ ਕਿ ਮੈਨੂੰ ਤਾਂ ਡੇਲੀ ਮੈਸੇਜ ਆਉਂਦੇ ਆ, ਕਿਸੇ ਨੂੰ ਸੀਰੀਅਸ ਪ੍ਰੋਬਲਮਸ ਵੀ ਆ ਰਹੀਆਂ ਨੇ, ਲੋਕੀ ਵੈਂਟੀਲੇਟਰ ਤੇ ਵੀ ਜਾ ਰਹੇ ਹਨ, ਲੋਕਾਂ ਦੀ ਵੈਕਸੀਨ ਲਾਉਣ ਤੋਂ ਬਾਅਦ ਡੈਥ ਵੀ ਹੋ ਰਹੀ ਹੈਗੀ। ਸੋ ਹੁਣ ਮੈਂ ਉਹਨੂੰ ਰਿਪੋਰਟ ਕਰਦਾ ਪਿਆ, ਹੁਣ ਮੈਂ ਸਾਰਾ ਰਿਪੋਰਟ ਤਿਆਰ ਕਰ ਰਿਹਾ ਕਿ ਜਦ ਇਹਨਾਂ ਦੀ ਡੈਥ ਹੋ ਰਹੀ ਹੈ, ਕਿਵੇਂ ਹੋ ਰਹੀ ਹੈ, ਹਾਰਟ ਅਟੈਕ ਕਿਉਂ ਆ ਰਿਹਾ ਹੈ, ਤੇ ਇਹ ਸਾਰਾ ਗਵਰਨਮੈਂਟ ਨੂੰ ਆਪਾਂ ਕੇਸ ਫਾਈਲ ਕਰਾਂਗੇ। ਲੇਕਿਨ ਫॉर द ਟਾਈਮ ਬੀਇੰਗ ਮੈਂ ਇਹ ਦੱਸ ਰਿਹਾ ਕਿ ਜਿੱਥੇ ਮੈਜੋਰਿਟੀਆਂ ਨੂੰ ਜਿਹੜੇ ਸਾਈਡ ਇਫੈਕਟਸ ਆ ਰਹੇ ਨੇ, ਉਹਦੇ ਵਿੱਚ ਉਹੀ ਲੱਛਣ ਨੇ ਜਿਹੜੇ ਕਰੋਨਾ ਦੇ ਨੇ। ਤੇ ਨਾ ਸਿਰਫ ਉਹ ਆਪਣੇ ਆਪ ਨੂੰ ਹੀ ਇਨਫੈਕਟ ਕਰ ਰਹੇ ਆ, ਬਲਕਿ ਉਹਨਾਂ ਦੇ ਨਾਲ ਜਿਹੜੇ ਲੋਕੀ ਹੈਲਦੀ ਸੀਗੇ ਉਹਨਾਂ ਦੀ ਫੈਮਿਲੀ ਵਿੱਚ, ਉਹ ਵੀ ਬਿਮਾਰ ਪੜ ਰਹੇ ਆ। ਮਤਲਬ ਕਿ ਮਾਂ ਨੇ ਅਗਰ ਵੈਕਸੀਨ ਲਗਾਈ, ਉਹ ਵੈਕਸੀਨ ਲਗਾ ਕੇ ਘਰ ਆਈ, ਬਿਮਾਰ ਹੋ ਗਈ, ਤੇ ਬਿਮਾਰ ਹੋਣ ਦੇ ਨਾਲ ਉਹਦੇ ਬੱਚੇ ਵੀ ਜਿਹੜੇ ਸੀਗੇ ਜਾਂ ਉਹਦੇ ਫੈਮਿਲੀ ਮੈਂਬਰ ਸੀਗੇ, ਉਹ ਵੀ ਬਿਮਾਰ ਹੋ ਗਏ। ਐਜ਼ ਅ ਰਿਜ਼ਲਟ ਹੁਣ ਕੀ ਹੋਏਗਾ, ਉਹਨਾਂ ਨੂੰ ਉਹ ਵਾਲੀ ਸਿੰਪਟਮਸ ਆਏ, ਉਹ ਕਰੋਨਾ ਦਾ ਟੈਸਟ ਕਰਾਉਣ ਜਾਣਗੇ, ਤੇ ਉਹ ਫਿਰ ਕੋਵਿਡ ਪੇਸ਼ੈਂਟ ਬਣ ਜਾਣਗੇ। ਇਸੇ ਤਰ੍ਹਾਂ ਜਿਹੜੀ ਜਿਹਨੇ ਵੈਕਸੀਨ ਲਗਾਈ ਸੀ, ਉਹ ਵੀ ਕੋਵਿਡ ਟੈਸਟ ਕਰਾਉਣ ਜਾਏਗੀ, ਉਹਨੂੰ ਵੀ ਕੋਵਿਡ ਪੋਜ਼ਿਟਿਵ ਆ ਜਾਏਗਾ। ਸੋ ਇਹ ਵਾਲੇ ਜਿਹੜੇ ਕੇਸ ਨੇ, ਇਹ ਵੀ ਉਹਦੇ ਟੈਲੀ ਵਿੱਚ ਜੁੜ ਗਏ ਆ। ਮਤਲਬ ਵੈਕਸੀਨੇਟਡ ਪੀਪਲ ਜਿਹੜਾ ਸਪਾਈਕ ਪ੍ਰੋਟੀਨ ਸਪਰੈਡ ਕਰ ਰਹੇ ਆ, ਸ਼ੈਡਿੰਗ ਹੋ ਰਹੀ ਹੈ, ਉਹ ਵੀ ਉਹਦੇ ਵਿੱਚ ਜੁੜ ਰਹੇ ਆ। ਫਿਰ ਚੌਥੀ ਗੱਲ ਹੈਗੀ ਪੈਨਿਕ। ਮੀਡੀਆ ਹੈਗਾ ਕੀ ਕਰ ਰਹੀ ਹੈ, ਸਵੇਰੇ ਸ਼ਾਮ ਉਹੀ ਸਿਲੰਡਰ ਦੀ ਕਮੀ, ਆਕਸੀਜਨ ਘਟ ਰਿਹਾ, ਇਹ ਸਾਰੀ ਚੀਜ਼ਾਂ ਦਿਖਾ ਦਿਖਾ ਕੇ ਲੋਕਾਂ ਨੂੰ ਪੈਨਿਕ ਵਿੱਚ ਲੈ ਕੇ ਆ ਰਹੀ ਹੈ। ਆਪਾਂ ਨੂੰ ਪਤਾ ਕਿ ਬੰਦਾ ਡਰ ਜਾਂਦਾ ਹੈ ਜਾਂ ਪੈਨਿਕ ਵਿੱਚ ਆ ਜਾਂਦਾ ਹੈ, ਆਟੋਮੈਟਿਕਲੀ ਉਹਦਾ ਜਿਹੜਾ ਇਮਿਊਨ ਰਿਸਪੌਂਸ ਹੈ, ਇਮਿਊਨ ਸਿਸਟਮ ਦੀ ਪਾਵਰ ਹੈ, ਉਹ ਘਟ ਜਾਂਦੀ ਹੈ, ਤੇ ਸਟ੍ਰੈਸ ਨਾਲ ਆਟੋਮੈਟਿਕਲੀ ਆਕਸੀਜਨ ਲੈਵਲ ਸਾਡਾ ਘਟਣਾ ਸ਼ੁਰੂ ਹੋ ਜਾਂਦਾ ਹੈ। ਇੱਕ ਹੋਰ ਵੱਡੀ ਗੱਲ ਇੱਥੇ ਇਹ ਹੈਗੀ ਕਿ ਜਦ ਆਕਸੀਮੀਟਰ ਜਿਹੜੇ ਸਾਡੇ ਸਾਰਿਆਂ ਦੇ ਘਰ ਆ ਚੁੱਕੇ ਆ, ਆਪਾਂ ਹਰ 2-2 ਮਿੰਟ ਬਾਅਦ ਆਕਸੀਜਨ ਚੈੱਕ ਕਰਦੇ ਰਹਿੰਦੇ, ਵੀ ਆਕਸੀਜਨ ਕਿੰਨੀ ਰਹਿ ਗਈ 95 ਤੱਕ ਓਕੇ, 94 ਆ ਗਈ, ਤੇ ਬੰਦਾ ਸੋਚਦਾ ਹੈ ਘਟਣੀ ਸ਼ੁਰੂ ਹੋ ਗਈ ਮੇਰੀ ਆਕਸੀਜਨ, 94 ਤੇ ਆ ਗਈ। ਉਹ ਸਟ੍ਰੈਸ ਜਿਹੜਾ ਹੁੰਦਾ, ਉਹਦੇ ਨਾਲ ਹੋਰ ਆਕਸੀਜਨ ਘਟ ਜਾਂਦੀ ਹੈ, ਫਿਰ ਉਹ ਪੈਨਿਕ ਦੇ ਮੋਡ ਵਿੱਚ ਆ ਕੇ ਇਸ ਤਰ੍ਹਾਂ ਆਕਸੀਜਨ ਲੈਵਲ ਘਟਦਾ ਜਾਂਦਾ ਹੈ। ਸੋ ਇਹ ਪੈਨਿਕ ਹੀ ਬਹੁਤ ਵੱਡਾ ਸਾਡੇ ਵਾਸਤੇ ਪ੍ਰੋਬਲਮ ਹੈਗੀ। ਇੱਥੇ ਮੈਂ ਇੱਕ ਵੱਡਾ ਐਗਜ਼ਾਮਪਲ ਇਹ ਦੇਣਾ ਚਾਹੁੰਦਾ, ਮੇਰਾ ਨਾ ਇੱਕ ਕਲੀਗ ਹੈਗੇ, ਉਹਨਾਂ ਦੇ ਕੇਸ ਵਿੱਚ ਕੀ ਹੋਇਆ, ਉਹ ਇੱਕ ਪੇਸ਼ੈਂਟ ਨੂੰ ਹੈਂਡਲ ਕਰ ਰਹੇ ਸੀਗੇ, ਤੇ ਉਹਨਾਂ ਦੇ ਪੇਸ਼ੈਂਟ ਦੀ ਆਕਸੀਜਨ ਆ ਰਹੀ ਸੀ ਲਗਭਗ 65-70 ਤੱਕ, ਤੇ ਉਹ ਪੇਸ਼ੈਂਟ ਥੋੜਾ ਜਿਹਾ ਘਬਰਾ ਰਿਹਾ ਸੀਗਾ। ਤੇ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਕਿਹਾ ਕਿ ਤੁਸੀਂ ਪ੍ਰੋਨ ਪੋਜੀਸ਼ਨ ਵਿੱਚ ਲਿਟਾ ਦਿਓ, ਉਹਦੀ ਫੈਮਿਲੀ ਨੂੰ ਕਿਹਾ ਤੁਸੀਂ ਪ੍ਰੋਨ ਪੋਜੀਸ਼ਨ ਵਿੱਚ ਲਿਟਾ ਦਿਓ, ਇਹਨੂੰ ਕਹੋ ਕਿ ਹੱਥ ਪਿੱਛੇ ਨੂੰ ਰੱਖ ਲਵੇ। ਮੈਂ ਦੱਸੂਗਾ ਪ੍ਰੋਨ ਪੋਜੀਸ਼ਨ ਕੀ ਹੁੰਦਾ। ਮੈਂ ਕਿਹਾ ਕਿ ਉਹ ਹੱਥ ਪਿੱਛੇ ਨੂੰ ਰੱਖ ਲਿਓ, ਉਹਨੇ ਕਿਹਾ। ਤੇ ਉਹਨਾਂ ਨੇ ਕੀ ਕੀਤਾ, ਹੱਥ ਪਿੱਛੇ ਲਗਾਤਾ, ਹੁਣ ਪਿੱਛੇ ਆਕਸੀਮੀਟਰ ਲਗਾਇਆ ਉਹਨਾਂ ਦੇ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਚੈੱਕ ਕਰਨਾ ਆਕਸੀਜਨ, ਤੇ ਇਹਨੂੰ ਦੱਸਣਾ ਕਿ 96 ਆ ਰਹੀ ਹੈ। ਤੇ ਹੋਇਆ ਕਿ ਇਹਨਾਂ ਨੇ ਦੱਸ ਦਿੱਤਾ ਕਿ ਵੀ ਤੁਹਾਡੀ ਆਕਸੀਜਨ 96 ਹੈਗੀ, ਤੇ ਐਕਚੁਅਲੀ ਵੀ ਜੋ 67-70 ਇਸ ਤਰ੍ਹਾਂ ਸੀਗੀ। ਤੇ ਜਦੋਂ ਉਹਨੇ ਸੁਣਿਆ ਕਿ 96 ਆ ਰਹੀ ਹੈ, ਤੇ ਉਹ ਕਹਿੰਦਾ ਕਿ ਅੱਛਾ ਚਲੋ ਵਧੀਆ, ਮੈਨੂੰ ਤਾਂ ਕੋਈ ਘਬਰਾਹਟ ਹੋ ਹੀ ਨਹੀਂ ਰਹੀ ਹੈ ਨਾ। ਤੇ ਕਿਉਂਕਿ ਲੇਕਿਨ ਜਿਹੜਾ ਮਾਈਂਡ ਹੈਗਾ, ਉਹ ਮਾਈਂਡ ਸਟਰੈਂਥ ਹੋ ਗਿਆ। ਸਾਰਾ ਕੁਛ ਮਨ ਤੇ ਚੱਲਦਾ ਪਿਆ, ਮਨ ਨੂੰ ਜੇ ਕੋਈ ਖੁਸ਼ੀ ਦੇ ਦਿਓ, ਮਨ ਖਿੜ ਜਾਂਦਾ, ਤੇ ਹੁਣ ਸਾਰਾ ਭੁੱਲ ਜਾਂਦਾ। ਜੇ ਮਨ ਤੇ ਕੋਈ ਦੁੱਖ ਆ ਗਿਆ ਸਾਹਮਣੇ, ਜੋ ਵੀ ਤਸਵੀਰ ਸਾਹਮਣੇ ਮਨ ਤੇ ਰੱਖ ਦਿੱਤੀ, ਮਨ ਨੇ ਦੁਖੀ ਹੋ ਜਾਣਾ ਹੈ। ਜੀ ਬਿਲਕੁਲ। ਔਰ ਇੱਥੇ ਮੈਂ ਪਰਸਨਲੀ ਤੁਹਾਨੂੰ ਦੱਸਣਾ ਚਾਹੁੰਦਾ, ਮੈਨੂੰ ਪਰਸੋਂ ਹੀ ਮੈਸੇਜ ਆਇਆ ਕਿਸੇ ਦਾ, ਕਹਿੰਦੇ ਬੀਬੀ ਮੈਂ ਕੋਰੋਨਾ ਟੈਸਟ ਕਰਾ ਕੇ ਆਈ ਹਾਂ, ਮੇਰਾ ਪੋਜ਼ਿਟਿਵ ਆ ਗਿਆ ਹੈ, ਮੈਨੂੰ ਫੀਵਰ ਤਾਂ ਨਹੀਂ ਹੈਗਾ, ਲੇਕਿਨ ਮੇਰਾ ਆਕਸੀਜਨ ਲੈਵਲ ਜਿਹੜਾ 99 ਹੈ, ਕਿ ਮੈਨੂੰ ਹਸਪੀਟਲਾਈਜ਼ ਹੋ ਜਾਣਾ ਚਾਹੀਦਾ ਹੈ। ਮੈਂ ਕਿਹਾ 99 ਤੇ ਕੌਣ ਹਸਪੀਟਲਾਈਜ਼ ਹੁੰਦਾ ਹੈ, ਇਹ ਤਾਂ ਬੜੀ ਪੈਨਿਕ ਕਰਨ ਵਾਲੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਬਿਲਕੁਲ ਨਾਰਮਲ ਹੈਗੇ, ਕੁਝ ਵੀ ਨਹੀਂ ਹੈਗਾ, ਇਹ ਫਾਲਸ ਪੋਜ਼ਿਟਿਵ ਆਏ ਹੋ ਤੁਸੀਂ, ਤੁਹਾਨੂੰ ਬਿਮਾਰੀ ਤਾਂ ਕੋਈ ਹੈ ਹੀ ਨਹੀਂ, ਤੁਸੀਂ ਇੰਨੀ ਟੈਨਸ਼ਨ ਕਿਉਂ ਲੈ ਰਹੇ ਹੋ। ਦੈਟ ਮੀਨਸ ਕਿ 99 ਤੇ ਵੀ ਬੰਦਾ ਇੰਨਾ ਪੈਨਿਕ ਦੇ ਮੋਡ ਵਿੱਚ ਆ ਚੁੱਕਿਆ ਹੈ, ਤੇ ਜਿਹੜਾ ਬੰਦਾ 67 ਤੇ ਚੱਲ ਰਿਹਾ, ਜੇ ਉਹਨੂੰ ਵੀ ਆਪਾਂ ਕੌਨਫੀਡੈਂਸ ਦੇ ਦਈਏ, ਤੇ ਉਹਦਾ ਬਰੀਥਿੰਗ ਡਿਫਿਕਲਟੀ ਖਤਮ ਹੋ ਜਾਂਦੀ ਹੈ। ਸੋ ਪੈਨਿਕ ਵੀ ਇੱਕ ਫੈਕਟਰ ਬਣ ਜਾਂਦਾ ਹੈ। ਜਿਹੜਾ ਪੰਜਵਾਂ ਫੈਕਟਰ ਹੈਗਾ, ਐਕਸਪੈਰੀਮੈਂਟਲ ਡਰੱਗਸ ਜਿਹੜੀ ਲੋਕਾਂ ਨੂੰ ਦਿੱਤੀ ਜਾ ਰਹੀਆਂ ਨੇ। ਅੱਜ ਤੋਂ ਪਹਿਲੇ ਜਿਨ੍ਹਾਂ ਨੂੰ ਕਰੋਨਾ ਆਇਆ ਸੀਗਾ, ਜਾਂ ਪਹਿਲਾਂ ਜਿਹੜੀ ਫਲੂ ਆਏ ਸੀ, ਉਸ ਟਾਈਮ ਜਿਨ੍ਹਾਂ ਨੇ ਐਕਸਪੈਰੀਮੈਂਟਲ ਡਰੱਗਸ ਲਏ ਸੀਗੇ, ਉਹਨਾਂ ਦੇ ਲੰਗਸ ਜਿਹੜੇ ਸੀਗੇ, ਉਹਨਾਂ ਦੀ ਬੋਡੀ ਸਿਸਟਮਸ ਨੇ ਉਹ ਵੀਕ ਹੋ ਚੁੱਕੇ ਆ। ਐਜ਼ ਅ ਰਿਜ਼ਲਟ ਹੁਣ ਉਹਨਾਂ ਨੂੰ ਉਹ ਬਰੀਥਿੰਗ ਡਿਫਿਕਲਟੀ ਉਹਦੇ ਸਿੰਪਟਮਸ ਆ ਰਹੇ ਆ, ਖਾਸ ਕਰ ਜਿਨ੍ਹਾਂ ਨੇ ਪਲਾਜ਼ਮਾ ਥੈਰੇਪੀ ਲਈ ਸੀਗੀ, ਰੈਮਡੈਸਿਵਿਰ ਜੈਸੇ ਇੰਜੈਕਸ਼ਨ ਲਏ ਸੀਗੇ, ਹੋਰ ਐਕਸਪੈਰੀਮੈਂਟਲ ਡਰੱਗਸ ਲਈਆਂ ਸੀ, ਉਹਨਾਂ ਨੂੰ ਹੁਣ ਜ਼ਿਆਦਾ ਪ੍ਰੋਬਲਮ ਆ ਰਹੀ ਨੇ। ਸੋ ਇਸ ਕਰਕੇ ਸਾਰੇ ਫੈਕਟਰਸ ਮਿਲਾ ਕੇ ਜ਼ਿਆਦਾ ਆਕਸੀਜਨ ਦੀ ਪ੍ਰੋਬਲਮ ਲੋਕਾਂ ਨੂੰ ਆਉਣ ਲੱਗ ਪਈ ਹੈ। ਤੇ ਇਹਦਾ ਸੋਲੂਸ਼ਨ ਜਿਹੜਾ ਹੈਗਾ, ਉਹ ਪ੍ਰੋਨ ਵੈਂਟੀਲੇਸ਼ਨ, ਜਿਵੇਂ ਮੈਂ ਆਪ ਜੀ ਨਾਲ ਗੱਲ ਕੀਤੀ ਸੀਗੀ, ਉਹ ਇਹਦਾ ਸੋਲੂਸ਼ਨ ਹੈਗਾ। ਪ੍ਰੋਨ ਵੈਂਟੀਲੇਸ਼ਨ ਐਕਚੁਅਲੀ ਕੀ ਹੁੰਦਾ ਹੈ ਕਿ ਅੱਜ ਤੋਂ ਕਾਫੀ ਸਾਲ ਪਹਿਲਾਂ ਹਸਪੀਟਲਾਂ ਵਿੱਚ ਡਾਕਟਰ ਸੀ ਇਹ ਪ੍ਰੋਨ ਵੈਂਟੀਲੇਸ਼ਨ ਯੂਜ਼ ਕੀਤਾ ਕਰਦੇ ਸੀਗੇ। ਉਹ ਕਿਵੇਂ ਹੁੰਦਾ ਹੈ, ਜਿਵੇਂ ਹੁਣ ਮੈਂ ਇਦਾਂ ਬੈਠਾ ਹੋਇਆ ਹੈ ਨਾ, ਤੇ ਮੇਰੀ ਜਿਹੜੀ ਲੰਗਸ ਆ ਇਹ ਪਿੱਛੇ ਨੂੰ ਹੈ, ਹਾਰਟ ਅੱਗੇ ਨੂੰ ਹੈਗਾ। ਐਜ਼ ਅ ਰਿਜ਼ਲਟ ਮੇਰੇ ਲੰਗਸ ਦੀ ਕੈਪੈਸਿਟੀ ਥੋੜੀ ਘੱਟ ਹੈਗੀ ਆ। ਜਦ ਮੈਂ ਇਦਾਂ ਅੱਗੇ ਆ ਕੇ ਬਹਿ ਜਾਊਂਗਾ,
ਕੀ ਹੋਏਗਾ, ਥੋੜੀ ਉਹਦੀ ਜਿਹੜੀ ਪੋਜੀਸ਼ਨਿੰਗ ਹੈ ਉਹ ਇਸ ਤਰ੍ਹਾਂ ਚੇਂਜ ਹੋ ਜਾਊਗੀ ਕਿ ਮੈਨੂੰ ਬਰੀਥਿੰਗ ਵਿੱਚ ਥੋੜੀ ਆਸਾਨੀ ਆਉਣ ਲੱਗ ਪਵੇਗੀ। ਸੋ ਇਹੀ ਪ੍ਰੋਨ ਪੋਜੀਸ਼ਨ ਦਾ ਫਰਕ ਪੈ ਜਾਂਦਾ ਹੈ। ਸੋ ਜਦ ਅਸਲ ਵਿੱਚ ਕਿਸੇ ਨੂੰ ਆਕਸੀਜਨ ਲੈਵਲ ਦੀ ਪ੍ਰੋਬਲਮ ਆਈ ਤੇ ਉਹ ਉਲਟਾ ਹੋ ਕੇ ਲੇਟ ਗਿਆ, ਯਾਨੀ ਕਿ ਛਾਤੀ ਉਹਦੀ ਬੈੱਡ ਦੇ ਵੱਲ ਹੋ ਗਈ, ਕਮਰ ਉਹਦੀ ਛੱਤ ਦੇ ਵੱਲ ਹੋ ਗਈ। ਐਜ਼ ਅ ਰਿਜ਼ਲਟ ਕੀ ਹੁੰਦਾ, ਲੰਗਸ ਉੱਤੇ ਨੂੰ ਆ ਜਾਂਦੀ ਹੈ, ਹਾਰਟ ਥੱਲੇ ਨੂੰ ਆ ਜਾਂਦਾ ਹੈ। ਤਾਂ ਲੰਗਸ ਦੀ ਕੈਪੈਸਿਟੀ ਲਗਭਗ 20% ਵੱਧ ਜਾਂਦੀ ਹੈ। ਤੇ ਥੋੜੇ ਹੀ ਦੇਰ ਬਾਅਦ ਇਸੀ ਪੋਜੀਸ਼ਨ ਵਿੱਚ ਅੱਧੇ ਘੰਟੇ 1 ਘੰਟੇ ਲੇਟਣ ਤੋਂ ਬਾਅਦ ਬੰਦਾ ਦੇਖਦਾ ਹੈ ਕਿ ਉਹਦੀ ਬਰੀਥਿੰਗ ਡਿਫਿਕਲਟੀ ਵੀ ਇੰਪਰੂਵ ਹੋ ਗਈ, ਮਤਲਬ ਸਾਂਸ ਲੈਣ ਵਿੱਚ ਵੀ ਨਾਰਮਲ ਹੋ ਗਿਆ, ਤੇ ਨਾਲ ਹੀ ਜਿਹੜੀ ਆਕਸੀਜਨ ਲੈਵਲ ਸੀ ਉਹ ਵੀ 2% ਵੱਧ ਗਈ 1 ਘੰਟੇ ਦੇ ਅੰਦਰ ਅੰਦਰ। ਸੋ ਜੇ ਬੰਦਾ ਕਾਫੀ ਆਕਸੀਜਨ ਲੋ ਜਾ ਚੁੱਕੀ ਹੈ, ਜਿਵੇਂ 85 84 ਜਾਂ 80 ਤੱਕ ਜਾ ਰਹੀ ਹੈ, ਤੇ ਜੇ ਉਹਨੂੰ 12 16 ਘੰਟੇ ਲਗਾਤਾਰ ਲਿਟਾ ਦਈਏ ਤੇ ਉਹ 90 ਪਲੱਸ ਆਕਸੀਜਨ ਉਹਦੀ ਹੋ ਜਾਂਦੀ ਹੈ, ਤੇ ਉਹਨੂੰ ਕੰਫਰਟੇਬਲ ਮਹਿਸੂਸ ਹੁੰਦਾ ਹੈ। ਪਰ ਇਹ ਪ੍ਰੋਨ ਪੋਜੀਸ਼ਨ ਜਿਹੜੀ ਹੈਗੀ, ਇਹਦੇ ਤੇ ਬਿਜ਼ਨਸ ਨਹੀਂ ਕੀਤਾ ਜਾ ਸਕਦਾ। ਤੁਸੀਂ ਕਿਸੇ ਨੂੰ ਕਹੋਗੇ ਕਿ ਬਈ ਤੂੰ ਉਲਟਾ ਲੇਟ ਜਾ, ਤੇ ਫਿਰ ਤੁਸੀਂ ਪੈਸੇ ਨਹੀਂ ਕਮਾ ਸਕਦੇ। ਇਸ ਕਰਕੇ ਇਸ ਬਾਰੇ ਕੋਈ ਹਸਪੀਟਲ, ਕੋਈ ਡਾਕਟਰ ਦੱਸਦਾ ਨਹੀਂ ਹੈਗਾ। ਸੋ ਇਹ ਇੱਕ ਵੱਡੀ ਚੀਜ਼ ਹੈਗੀ ਆ। ਤੇ ਕੀ ਇਹਦੀ ਖੁਰਾਕ ਵੀ, ਚੰਗੀ ਖੁਰਾਕ ਵੀ ਇਹਦੇ ਉੱਪਰ ਹੁੰਦੀ ਕਿ ਆਪਾਂ ਕੋਵਿਡ ਨੂੰ ਵੀ ਕੰਟਰੋਲ ਕਰ ਸਕੀਏ, ਤੇ ਪੈਨਿਕ ਅਟੈਕ ਵੀ ਕੰਟਰੋਲ, ਇਹਦੇ ਕੋਈ ਹੋਰ ਉਪਾਅ ਹੈਗੇ ਨੇ ਜਿਹਦੇ ਨਾਲ ਅਸੀਂ ਲੋਕਾਂ ਨੂੰ ਇਸ ਸਮੇਂ ਥੋੜਾ ਸ਼ਾਂਤ ਕਰ ਸਕਦੇ ਹਾਂ? ਕੋਈ ਹੋਏਗਾ ਕੁਝ ਹੋਰ ਇਹਦੇ ਨਾਲ ਕਿ ਉਹ ਜੀ ਚੰਗੀ ਖੁਰਾਕ ਵੀ ਖਾਣ? ਜੀ ਡੈਫੀਨੇਟਲੀ, ਦੇਖੋ ਕੋਈ ਵੀ ਸਾਨੂੰ ਇਨਫੈਕਸ਼ਨ ਹੁੰਦਾ ਹੈ, ਉਹਨੂੰ ਠੀਕ ਸਾਡਾ ਬੋਡੀ ਦਾ ਇਮਿਊਨ ਸਿਸਟਮ ਹੀ ਕਰਦਾ ਹੈ। ਕੋਈ ਦਵਾਈ ਅਜੇ ਤੱਕ ਇਦਾਂ ਦੀ ਨਹੀਂ ਹੈਗੀ ਜਿਹਨੂੰ ਸਾਡਾ ਠੀਕ ਕਰਦੀ ਹੈ। ਸਾਨੂੰ ਉਹ ਸੈਂਸੇਸ਼ਨ ਤਾਂ ਕੱਟ ਸਕਦੀ ਹੈ। ਫੋਰ ਐਗਜ਼ਾਮਪਲ ਪੈਰਾਸੀਟਾਮੋਲ ਦੀ ਆਪਾਂ ਗੱਲ ਕਰੀਏ, ਜਿਵੇਂ ਸਾਨੂੰ ਬੁਖਾਰ ਹੁੰਦਾ ਹੈ, ਹੁਣ ਬੁਖਾਰ ਸਾਡੀ ਬੋਡੀ ਵਿੱਚ ਆਉਂਦਾ ਹੀ ਇਸ ਕਰਕੇ ਆ, ਉਹ ਇਮਿਊਨ ਰਿਸਪੌਂਸ ਹੈ ਕਿ ਸਾਡੇ ਅੰਦਰ ਬਿਮਾਰੀ ਆਈ ਹੈ, ਉਹਨੂੰ ਮਾਰਨ ਵਾਸਤੇ ਬੁਖਾਰ ਆਇਆ ਹੈ। ਟੈਂਪਰੇਚਰ ਵਧੇਗਾ, ਉੱਥੇ ਫਿਰ ਬਿਮਾਰੀ ਨਹੀਂ ਵੱਧ ਸਕਦੀ। ਜਿੱਥੇ ਹੀਟ ਬੋਡੀ ਵੀ ਵੱਧ ਗਈ, ਉੱਥੇ ਬਿਮਾਰੀ ਨਹੀਂ ਵਧੂਗੀ। ਉਹ ਹੁਣ ਬਿਮਾਰੀ ਨੂੰ, ਇਨਫੈਕਸ਼ਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਕੀ ਕਰਦੇ ਹਾਂ, ਪੈਰਾਸੀਟਾਮੋਲ ਖਾ ਕੇ ਆਪਣਾ ਟੈਂਪਰੇਚਰ ਘਟਾ ਲੈਂਦੇ ਹਾਂ। ਐਜ਼ ਅ ਰਿਜ਼ਲਟ ਹੋਰ ਬਿਮਾਰੀ ਵਧਣੀ ਸ਼ੁਰੂ ਹੋ ਜਾਂਦੀ ਹੈ, ਸਾਡੀ ਹੀਲਿੰਗ ਜਿਹੜੀ ਹੈ ਉਹ ਡਿਲੇ ਹੋ ਜਾਂਦੀ ਹੈ। ਸੋ ਮੈਂ ਐਗਜ਼ਾਮਪਲ ਨਾਲ ਸਮਝਾਉਂਦਾ। ਫੋਰ ਐਗਜ਼ਾਮਪਲ ਅਸੀਂ ਰੋਡ ਤੇ ਜਾ ਰਹੇ ਹਾਂ, ਸਾਡੀ ਗੱਡੀ ਚੱਲਦੀ ਪਈ ਹੈ, ਉਹਦੇ ਵਿੱਚ ਸਿਗਨਲ ਆਉਣ ਲੱਗ ਪਿਆ ਕਿ ਪੈਟਰੋਲ ਤੁਹਾਡਾ ਘੱਟਦਾ ਪਿਆ। ਪੈਟਰੋਲ ਦਾ ਸਿਗਨਲ ਕੱਟਣ ਦਾ ਆਉਣ ਲੱਗ ਪਿਆ, ਤੇ ਸਿਆਣਾ ਬੰਦਾ ਕੀ ਕਰੂਗਾ, ਉਹ ਪੈਟਰੋਲ ਭਰਾਉਣ ਜਾਊਗਾ। ਲੇਕਿਨ ਅਸੀਂ ਕੀ ਕਰਦੇ ਹਾਂ, ਅਸੀਂ ਉਤਾਰ ਹੀ ਕੱਟ ਦਿੰਦੇ ਹਾਂ ਕਿ ਬਈ ਸਿਗਨਲ ਹੀ ਆਉਣਾ ਬੰਦ ਹੋ ਜਾਵੇ। ਤਾਂ ਹੋਏਗਾ ਕਿ ਐਜ਼ ਅ ਰਿਜ਼ਲਟ ਅੱਗੇ ਜਾ ਕੇ ਸਾਡੀ ਗੱਡੀ ਰੁਕ ਜਾਵੇਗੀ। ਸੋ ਪੈਰਾਸੀਟਾਮੋਲ ਵੀ ਉਹੀ ਚੀਜ਼ ਆ। ਬੁਖਾਰ ਸਾਨੂੰ ਠੀਕ ਕਰਨ ਵਾਸਤੇ ਆਇਆ ਸੀਗਾ। ਬੁਖਾਰ ਦਾ ਵਧਣਾ ਜਿਹੜਾ ਸੀਗਾ, ਉਹ ਵਾਇਰਸ ਨੂੰ ਬਾਹਰ ਕੱਢ ਰਿਹਾ ਸੀਗਾ, ਬਿਮਾਰੀ ਨੂੰ ਬਾਹਰ ਕੱਢ ਰਿਹਾ ਸੀਗਾ। ਅਸੀਂ ਪੈਰਾਸੀਟਾਮੋਲ ਖਾ ਕੇ ਆਪਣੀ ਹੀਲਿੰਗ ਨੂੰ ਹੀ ਡੀਲੇ ਕਰ ਦਿੱਤਾ। ਤੇ ਸਾਇੰਟੀਫਿਕਲੀ ਵੀ ਆਪਾਂ ਦੇਖੀਏ, ਯੂਰੋਪੀਅਨ ਜਰਨਲ ਆਫ ਪੇਨ 2014 ਦੀ ਰਿਪੋਰਟ ਸੀਗੀ, ਪੈਰਾਸੀਟਾਮੋਲ ਇਜ਼ ਵਨ ਆਫ ਦ ਲੀਡਿੰਗ ਕਾਜ਼ਜ਼ ਆਫ ਐਕਿਊਟ ਲਿਵਰ ਫੇਲੀਅਰ, ਯਾਨੀ ਲਿਵਰ ਫੇਲੀਅਰ ਕਰਨ ਵਾਲੀ ਚੀਜ਼ ਹੈਗੀ ਪੈਰਾਸੀਟਾਮੋਲ। ਸੋ ਇਹ ਤਾਂ ਇੱਕ ਮੈਡੀਸਿਨ ਦੀ ਮੈਂ ਗੱਲ ਕੀਤੀ। ਸੋ ਇੱਥੇ ਸਾਨੂੰ ਸਮਝਣਾ ਪਊਗਾ ਕਿ ਜੇ ਸਾਨੂੰ ਬੁਖਾਰ ਆ ਗਿਆ, ਹੁਣ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ, ਸਾਨੂੰ ਟੈਸਟ ਕਰਨ ਵਾਸਤੇ ਭੱਜਣ ਦੀ ਲੋੜ ਨਹੀਂ ਹੈਗੀ। ਸਾਨੂੰ ਆਪਣੀ ਬੋਡੀ ਨੂੰ ਸਪੋਰਟ ਕਰਨਾ ਹੈਗਾ ਕਿ ਬੋਡੀ ਆਪਣੇ ਆਪ ਨੂੰ ਸਾਫ਼ ਕਰਨ ਵਿੱਚ ਉਹਨਾਂ ਨੂੰ ਲੱਗੀ ਹੈ, ਤੇ ਇਹਨੂੰ ਮੈਂ ਸਪੋਰਟ ਕਰਾਂ ਕਿ ਜਲਦੀ ਠੀਕ ਹੋ ਜਾਵੇ, ਤੇ ਮੈਨੂੰ ਇਸਦਾ ਕੋਈ ਲੌਂਗ ਲਾਸਟਿੰਗ ਕੋਈ ਇਫੈਕਟ ਨਾ ਹੋਵੇ। ਉਹਦੇ ਵਾਸਤੇ ਕੀ ਕਰਨਾ, ਆਪਾਂ ਨੂੰ ਇਸ ਤਰ੍ਹਾਂ ਦੀ ਖੁਰਾਕ ਲੈਣੀ ਹੈਗੀ ਜਿਹਦੇ ਨਾਲ ਸਾਡੀ ਬੋਡੀ ਦੇ ਵਿਟਾਮਿਨਸ ਐਂਡ ਮਿਨਰਲਸ ਦਾ ਜਿਹੜਾ ਬੈਲੈਂਸ ਹੈ ਉਹ ਬਣਿਆ ਰਵੇ, ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਨਾ ਹੋਵੇ। ਕਿਉਂਕਿ ਉਸ ਟਾਈਮ ਟੇਸਟ ਬਡ ਸਾਡੇ ਇਫੈਕਟ ਹੋ ਜਾਂਦੇ ਨੇ, ਉਸ ਟਾਈਮ ਸਾਨੂੰ ਖਾਣ ਪੀਣ ਦਾ ਜੀ ਨਹੀਂ ਕਰਦਾ। ਸੋ ਆਪਾਂ ਇਸ ਤਰ੍ਹਾਂ ਦੀ ਕੋਈ ਚੀਜ਼ ਲਈਏ ਜਿਹਦੇ ਨਾਲ ਸਾਡੇ ਬੋਡੀ ਦੇ ਨਿਊਟ੍ਰੀਸ਼ਨ ਵੀ ਕੰਪਲੀਟ ਹੁੰਦਾ ਰਵੇ, ਤੇ ਬੋਡੀ ਵੀ ਆਪਣਾ ਕੰਮ ਕਰਦਾ ਰਵੇ। ਸੋ ਇੱਥੇ ਸਾਨੂੰ ਸਮਝਣਾ ਪਊਗਾ, ਜਿਵੇਂ ਆਪਾਂ ਗੱਲ ਕਰਦੇ ਹਾਂ ਮੈਡੀਸਿਨ ਦੀ, ਜਿਵੇਂ ਰੈਮਡੈਸਿਵਿਰ ਦੀ ਗੱਲ ਚੱਲਦੀ ਹੈ ਨਾ, ਕਿ ਰੈਮਡੈਸਿਵਿਰ ਮੈਡੀਸਿਨ ਦੀ ਬਹੁਤ ਲੋੜ ਹੈਗੀ। ਮੈਂ ਕਹਿੰਦਾ ਤੁਸੀਂ ਰੈਮਡੈਸਿਵਿਰ ਨਹੀਂ, ਤੁਸੀਂ ਰਾਮ ਦਾ ਦੇਸੀ ਵੀਰ ਲਓ, ਜਿਹੜਾ ਰਾਮ ਨੇ ਦੇਸੀ ਵੀਰ ਬਣਾਇਆ, ਜੋ ਹੈ ਨਾਰੀਅਲ ਪਾਣੀ। ਉਹ ਜਿਹੜਾ ਨਾਰੀਅਲ ਪਾਣੀ ਹੈਗਾ, ਉਹ ਆਪਣੇ ਆਪ ਵਿੱਚ ਹੀ ਕੰਪਲੀਟ ਫੂਡ ਹੈਗਾ। ਉਹਦੇ ਅੰਦਰ ਸਾਰੇ ਮਿਨਰਲਸ ਐਂਡ ਵਿਟਾਮਿਨਸ ਹੈਗੇ, ਉਹ ਸਾਡੀ ਬੋਡੀ ਨੂੰ એનર્ਜੀ ਵੀ ਪ੍ਰੋਵਾਈਡ ਕਰਦੇ ਆ, ਤੇ ਸਾਡੇ ਇਮਿਊਨ ਸਿਸਟਮ ਨੂੰ ਸਪੋਰਟ ਵੀ ਕਰਦੇ ਹੈਗੇ। ਸੋ ਇਹਨੂੰ ਕਰੋਨਾ ਵਾਸਤੇ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਜਿਹੜੀ ਡਾਈਟ ਕਹਿੰਦੇ ਆ, ਉਹ ਹੈ 3 ਸਟੈਪ ਫਲੂ ਡਾਈਟ। ਤੇ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਉਹ ਹੈਗੀ 3 ਡੇਜ਼ ਦੀ ਡਾਈਟ ਹੈਗੀ ਆ। ਜਿਵੇਂ ਹੀ ਸਾਨੂੰ ਫਰਸਟ ਸਿੰਪਟਮ ਆਫ ਕਰੋਨਾ ਵਾਇਰਸ ਆਏ, ਫੋਰ ਐਗਜ਼ਾਮਪਲ ਖਾਂਸੀ ਆਣੀ ਲੱਗੀ, ਜ਼ੁਕਾਮ, ਸਿਰ ਦਰਦ, ਬਦਨ ਦਰਦ, ਜਾਂ ਫਿਰ ਸਾਂਸ ਲੈਣ ਵਿੱਚ ਤਕਲੀਫ, ਜਾਂ ਫਿਰ ਫੀਵਰ ਆ ਜਾਵੇ, ਤੇ ਆਪਾਂ 3 ਸਟੈਪ ਫਲੂ ਡਾਈਟ ਸ਼ੁਰੂ ਕਰ ਦਈਏ। ਉਹਦੇ ਵਿੱਚ ਕੀ ਹੋਏਗਾ, ਫਰਸਟ ਡੇ ਆਪਾਂ ਨੂੰ ਕੋਈ ਰੋਟੀ ਸਬਜ਼ੀ ਨਹੀਂ ਖਾਣੀ, ਕੋਈ ਹੈਵੀ ਫੂਡ ਨਹੀਂ ਖਾਣਾ, ਓਨਲੀ ਲਿਕੁਇਡ ਤੇ ਰਹਿਣਾ। ਲਿਕੁਇਡ ਡਾਈਟ ਹੈਗੀ ਸਾਡੀ। ਉਹਦੇ ਵਿੱਚ ਕੀ ਕੀ ਆਪਾਂ ਲੈ ਸਕਦੇ ਹਾਂ, ਨਾਰੀਅਲ ਪਾਣੀ ਲੈ ਸਕਦੇ ਹਾਂ, ਜਾਂ ਫਿਰ ਸਿਟਰਸ ਫਰੂਟ ਜੂਸ ਲੈ ਸਕਦੇ ਹਾਂ। ਸੋ ਮਾਰਨਿੰਗ 8 AM ਟੂ ਈਵਨਿੰਗ 8 PM, ਸਵੇਰੇ 8 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਆਪਾਂ ਸਿਰਫ ਲਿਕੁਇਡ ਡਾਈਟ ਤੇ ਰਹਿਣਾ ਹੈ। ਜਿਵੇਂ ਐਗਜ਼ਾਮਪਲ ਦਿੰਦਾ, ਸਵੇਰੇ 8 ਵਜੇ 1 ਗਲਾਸ ਨਾਰੀਅਲ ਪਾਣੀ ਪੀ ਲਿਆ, ਫਿਰ ਉਹ 1 ਘੰਟੇ ਬਾਅਦ 9 ਵਜੇ ਅਸੀਂ ਸੰਤਰੇ ਦਾ ਜੂਸ ਪੀ ਲਿਆ ਜਾਂ ਪਾਈਨਐਪਲ ਦਾ ਜੂਸ ਪੀ ਲਿਆ, ਫਿਰ 1 ਘੰਟੇ ਬਾਅਦ ਨਾਰੀਅਲ ਪਾਣੀ ਪੀ ਲਿਆ, ਫਿਰ 1 ਘੰਟੇ ਬਾਅਦ ਸੰਤਰੇ ਜਾਂ ਨਾਰੀਅਲ ਪਾਣੀ ਦਾ ਜੂਸ ਪੀ ਲਿਆ, ਮੌਸਮੀ ਦਾ ਜੂਸ ਪੀ ਲਿਆ, ਜਾਂ ਜੋ ਵੀ ਸਿਟਰਸ ਫਰੂਟ ਦਾ ਜੂਸ ਪੀ ਲਿਆ। ਸੋ ਇਸ ਤਰ੍ਹਾਂ ਕਰਦੇ ਕਰਦੇ ਹਰ 1 ਘੰਟੇ ਬਾਅਦ, 1.5 ਘੰਟੇ ਬਾਅਦ ਆਪਾਂ ਨੂੰ ਲਿਕੁਇਡ ਲੈਂਦੇ ਲੈਂਦੇ ਆਪਣੇ ਦਿਨ ਕੱਟ ਲੈਣਾ ਹੈ। ਇਸ ਤਰ੍ਹਾਂ ਇਹਨੂੰ ਆਪਣੇ ਜਿਹੜੇ ਸ਼ਾਸਤਰ ਹੈਗੇ, ਜਿਹੜੇ ਪੁਰਾਣੇ ਸਾਡੇ ਗ੍ਰੰਥ ਨੇ, ਉਹਦੇ ਵਿੱਚ ਵੀ ਲਿਖਿਆ ਲੰਗਨਮ ਪਰਮ ਔਸ਼ਧਮ, ਯਾਨੀ ਫਾਸਟਿੰਗ ਇਜ਼ ਦ ਬੈਸਟ ਮੈਡੀਸਿਨ ਜਦ ਵੀ ਸਾਨੂੰ ਕੋਈ ਕਿਊਰ ਡਿਸੀਜ਼ ਆਉਂਦੀ ਹੈ। ਸੋ ਆਪਾਂ ਇਹ ਕਰ ਲਿਆ, ਫਰਸਟ ਡੇ ਸਾਡੀ ਡਾਈਟ ਇਹ ਹੋ ਗਈ। ਅੱਛਾ, ਇੱਕ ਖਾਸ ਗੱਲ ਦਾ ਧਿਆਨ ਰੱਖਣਾ ਕਿ ਪੈਕਡ ਨਹੀਂ ਲੈਣਾ ਨਾਰੀਅਲ ਪਾਣੀ। ਜਿਹੜਾ ਪੈਕੇਟ ਵਿੱਚ ਆਉਂਦਾ ਹੈ ਜਾਂ ਕੋਈ ਜੂਸ ਪੈਕੇਟ ਵਿੱਚ ਆਉਂਦਾ, ਉਹ ਨਹੀਂ, ਫਰੈਸ਼ ਕੱਢਣਾ ਹੈ, ਫਰੈਸ਼ਲੀ ਸਕੁਈਜ਼ਡ ਘਰ ਵਿੱਚ। ਫਿਰ ਸੈਕਿੰਡ ਡੇ ਦੀ ਸਾਡੀ ਡਾਈਟ ਆਲਮੋਸਟ ਸੇਮ ਹੋਵੇਗੀ। ਉਹਨੂੰ ਕਹਿੰਦੇ ਆਪਾਂ ਫਲੂਇਡ ਡਾਈਟ। ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਆਪਾਂ ਫਲੂਇਡ ਤੇ ਰਹਿਣਾ ਹੈ, ਤੇ ਗੈਪ ਥੋੜਾ ਵਧਾ ਲੈਣਾ ਹੈ। ਹੁਣ 1.5 ਜਾਂ 2 ਘੰਟੇ ਬਾਅਦ ਜੂਸ ਲੈਣਾ ਹੈ। ਫੋਰ ਐਗਜ਼ਾਮਪਲ ਸਵੇਰੇ ਨਾਰੀਅਲ ਪਾਣੀ ਲਿਆ 8 ਵਜੇ, ਫਿਰ 10 ਵਜੇ ਜਾਂ 9:30 ਵਜੇ ਆਪਾਂ ਲਿਆ ਦੂਜਾ ਜੂਸ, ਫਿਰ 11:30 12 ਵਜੇ ਦੇ ਆਸ-ਪਾਸ ਲੈ ਲਿਆ,
ਫਿਰ 1 ਡੇਢ ਦੇ ਆਸ-ਪਾਸ ਲੈ ਲਿਆ। ਉਸ ਤੋਂ ਬਾਅਦ ਫਿਰ ਕੀ ਕਰਨਾ, ਆਪਾਂ ਥੋੜਾ ਸੋਲਿਡ ਮੀਲ ਲੈ ਸਕਦੇ ਹਾਂ, ਲੇਕਿਨ ਉਹ ਸੋਲਿਡ ਮੀਲ ਵਿੱਚ ਕੀ ਹੋਏਗਾ, ਰॉ ਵੈਜੀਟੇਬਲਸ ਲਾਈਕ ਸੈਲਡ ਹੋ ਗਿਆ, ਉਹਦੇ ਵਿੱਚ ਖੀਰੇ ਟਮਾਟਰ। ਸੋ ਆਪਾਂ ਖੀਰੇ ਟਮਾਟਰ ਲਗਭਗ 300 ਤੋਂ ਲੈ ਕੇ 500 ਗ੍ਰਾਮ ਦੇ ਵਿੱਚ ਇੱਕ ਪਲੇਟ ਸੈਲਡ ਬਣਾ ਕੇ ਖਾ ਸਕਦੇ ਹਾਂ। ਉਸ ਤੋਂ ਫਿਰ 1.5 ਘੰਟੇ ਬਾਅਦ ਆਪਾਂ ਜੂਸ ਲੈਣਾ, ਫਿਰ 1.5 ਘੰਟੇ ਬਾਅਦ ਨਾਰੀਅਲ ਪਾਣੀ। ਖੀਰੇ ਤੇ ਟਮਾਟਰ ਹੀ ਕਿਉਂ ਉਹਦੇ ਵਿੱਚ, ਹੋਰ ਬਾਕੀ ਤੇ ਸੈਲਡ ਆਪਾਂ ਕਿਉਂ ਯੂਜ਼ ਨਹੀਂ ਕਰ ਸਕਦੇ ਆ? ਬਾਕੀ ਸੈਲਡ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਬਟ ਐਕਚੁਅਲੀ ਜਿਹੜੇ ਕੋਕੁੰਬਰ ਐਂਡ ਟੋਮੈਟੋ ਹੁੰਦਾ, ਉਹਦੇ ਵਿੱਚ ਵਾਟਰ ਕੰਟੈਂਟ ਜਿਹੜਾ ਹੈਗਾ ਜ਼ਿਆਦਾ ਹੁੰਦਾ ਹੈ, ਜੂਸੀ ਹੁੰਦੇ ਆ, ਐਜ਼ ਅ ਰਿਜ਼ਲਟ ਉਹ ਜ਼ਿਆਦਾ ਛੇਤੀ ਸਾਨੂੰ ਕਿਉਰ ਕਰਨ ਵਿੱਚ ਹੈਲਪ ਕਰਦੇ ਆ। ਬਟ ਆਪਾਂ ਹੋਰ ਵੀ ਕੈਰਟਸ ਹੀ ਲੈ ਸਕਦੇ ਹਾਂ, ਬਟ ਬਿਕਾਜ਼ ਜਿਹਦੇ ਵਿੱਚ ਵਾਟਰ ਦੀ ਕੁਆਂਟੀਟੀ ਜ਼ਿਆਦਾ ਹੁੰਦੀ ਹੈ, ਉਹ ਜ਼ਿਆਦਾ ਛੇਤੀ ਅਬਜ਼ੌਰਬ ਹੁੰਦਾ, ਜਲਦੀ ਸਾਨੂੰ ਅਫੈਕਟ ਕਰਦਾ ਹੈ, ਇਮਿਊਨ ਸਿਸਟਮ ਬੂਸਟ ਕਰਦਾ ਹੈ। ਸੋ ਇਸ ਤਰ੍ਹਾਂ 8 ਵਜੇ ਤੋਂ 8 ਵਜੇ ਤੱਕ ਸਾਡੀ ਡਾਈਟ ਹੋ ਗਈ। ਥਰਡ ਡੇ ਸਾਡੀ ਹੋਏਗੀ ਸੋਲਿਡ ਡਾਈਟ। ਇਹਦੇ ਵਿੱਚ ਕੀ ਹੈਗਾ, 12 ਵਜੇ ਤੱਕ ਆਪਾਂ ਨੂੰ ਉਪਵਾਸ ਰੱਖਣਾ ਹੈ, 12 ਵਜੇ ਤੱਕ ਸਿਰਫ ਲਿਕੁਇਡ ਤੇ ਰਹਿਣਾ ਹੈ। 12 ਤੋਂ ਲੈ ਕੇ 3 ਵਜੇ ਦੇ ਵਿੱਚ ਆਪਾਂ ਸੈਲਡ ਖਾ ਸਕਦੇ ਹਾਂ ਆਪਣਾ, ਤੇ ਸ਼ਾਮ ਨੂੰ ਫਿਰ ਥੋੜਾ ਜਿਹਾ ਜੂਸ ਲੈ ਸਕਦੇ ਹਾਂ 5 ਵਜੇ ਦੇ ਆਸ-ਪਾਸ। ਤੇ ਆਫਟਰ ਦੈਟ ਰਾਤ ਨੂੰ ਇੱਕ ਵਾਰੀ ਆਪਾਂ ਘਰ ਦਾ ਬਣਿਆ ਹੋਇਆ ਸ਼ੁੱਧ ਸ਼ਾਕਾਹਾਰੀ ਭੋਜਨ ਖਾ ਸਕਦੇ ਹਾਂ। ਇਨ ਤਿੰਨਾਂ ਦਿਨਾਂ ਵਿੱਚ ਸਾਨੂੰ ਕੋਈ ਵੀ ਉਹ ਨਹੀਂ ਲੈਣਾ, ਐਨੀਮਲ ਪ੍ਰੋਡਕਟ ਜਾਂ ਬਾਹਰ ਦੀ ਕੋਈ ਵੀ ਪ੍ਰੋਡਕਟ ਨਹੀਂ ਲੈਣੀ। ਸੋ ਇਹ ਹੋ ਗਈ ਸਾਡੀ 3 ਸਟੈਪ ਫਲੂ ਡਾਈਟ। ਸੋ ਆਪਾਂ ਦੇਖਾਂਗੇ ਕਿ ਤੀਜੇ ਦਿਨ ਦੀ ਰਾਤ ਤੱਕ ਸਾਨੂੰ ਜਿਹੜਾ ਵੀ ਖਾਂਸੀ ਜ਼ੁਕਾਮ ਬੁਖਾਰ ਹੋਏਗਾ, ਉਹ ਲਗਭਗ ਠੀਕ ਹੋ ਚੁੱਕਿਆ ਹੋਏਗਾ। ਲੇਕਿਨ ਕਿਉਂਕਿ ਇਸ ਵਾਰੀ ਜਿਹੜਾ ਫਲੂ ਸੀਜ਼ਨ ਹੈਗਾ ਥੋੜਾ ਜ਼ਿਆਦਾ ਇਫੈਕਟ ਕਰ ਰਿਹਾ, ਕਿਉਂਕਿ ਸਾਡਾ ਇਮਿਊਨ ਸਿਸਟਮ ਥੋੜਾ ਵੀਕ ਹੋ ਚੁੱਕਿਆ ਹੈ, ਤੇ ਸਾਨੂੰ ਕੀ ਕਰਨਾ ਪਊਗਾ, ਇਸੀ 3 ਸਟੈਪ ਫਲੂ ਡਾਈਟ ਨੂੰ ਦੁਬਾਰਾ ਰਿਪੀਟ ਕਰਨਾ ਪਊਗਾ। ਫਿਰ ਡੇ 1 ਤੋਂ ਆਪਾਂ ਸ਼ੁਰੂ ਕਰ ਲਈਏ ਇੱਕ ਵਾਰੀ। ਸੋ 6 ਡੇਜ਼ ਦਾ ਇਹ ਪ੍ਰੋਸੈਸ ਬਣ ਜਾਊਗਾ, ਤੇ ਇਹਦੇ ਵਿੱਚ ਆਪਾਂ ਠੀਕ ਹੋ ਜਾਵਾਂਗੇ। ਆਫਟਰ 6 ਡੇਜ਼ ਤੋਂ 7th ਡੇ ਤੋਂ ਲੈ ਕੇ 14th ਜਾਂ 15th ਜਾਂ 20th ਡੇ ਤੱਕ ਆਪਾਂ ਨੂੰ ਇੱਕ ਮੇਨਟੇਨੈਂਸ ਡਾਈਟ ਫੋਲੋ ਕਰਨੀ ਹੈਗੀ। ਮੇਨਟੇਨੈਂਸ ਡਾਈਟ ਕਿਵੇਂ ਹੋਊਗੀ ਕਿ ਦੁਪਹਿਰ ਦੇ 12 ਵਜੇ ਤੱਕ ਸਿਰਫ ਫਲ ਖਾਣੇ ਹੈ। ਕੋਈ ਵੀ ਫਲ ਖਾ ਸਕਦੇ ਆ, ਜਿਵੇਂ ਖੀਰਾ, ਆਪਣਾ ਆਮ ਲੈ ਸਕਦੇ ਆ, ਬਨਾਨਾਸ ਲੈ ਸਕਦੇ ਆ, ਐਪਲ ਖਾ ਸਕਦੇ ਆ, ਪੀਅਰ ਖਾ ਸਕਦੇ ਆ, ਜਿਹੜਾ ਵੀ ਫਲ ਖਾਣ ਦਾ ਜੀ ਕਰੇ 12 ਵਜੇ ਤੱਕ ਸਿਰਫ ਫਲ ਖਾਣੇ, ਕਿੰਨੀ ਵੀ ਕੁਆਂਟੀਟੀ ਵਿੱਚ ਖਾ ਸਕਦੇ ਆ। ਉਸ ਤੋਂ ਬਾਅਦ ਕਿਉਂਕਿ ਇੱਥੇ ਮੇਰੇ ਇੱਕ ਸਵਾਲ ਹੈ, ਕਹਿੰਦੇ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਖੀਰਾ ਸੈਲਡ ਖਾਣਾ ਚਾਹੀਦਾ ਕਿ ਉਹਦੇ 'ਚ ਪਾਣੀ ਜ਼ਿਆਦਾ ਹੁੰਦਾ ਹੈ, ਪਾਣੀ ਵਾਲੀ ਚੀਜ਼ਾਂ ਸਾਨੂੰ ਅਬਜ਼ੌਰਬ ਕਰਨੀਆਂ ਚਾਹੀਦੀਆਂ, ਵਿਟਾਮਿਨ ਸੀ। ਪਰ ਕਈ ਲੋਕ ਇਹ ਕਹਿੰਦੇ ਕਿ ਜਦੋਂ ਅਸੀਂ ਪਾਣੀ ਜ਼ਿਆਦਾ ਪੀਂਦੇ ਜਾਂ ਪਾਣੀ ਵਾਲੇ ਫਰੂਟ ਖਾਂਦੇ ਹਾਂ, ਉਹਦੇ ਨਾਲ ਸਾਨੂੰ ਬਾਥਰੂਮ ਜ਼ਿਆਦਾ ਜਾਣਾ ਪੈਂਦਾ, ਯੂਰਿਨ ਜ਼ਿਆਦਾ ਛੱਡਣਾ ਪੈਂਦਾ, ਤੇ ਬਾਰ-ਬਾਰ ਸਾਨੂੰ ਬਾਥਰੂਮ ਜਾਣ ਵਾਸਤੇ ਅਸੀਂ ਬਹੁਤ ਤੰਗ ਆਉਂਦੇ ਹਾਂ, ਇਸ ਕਰਕੇ ਉਹ ਪਾਣੀ ਘੱਟ ਪੀਂਦੇ ਨੇ। ਇਹਦਾ ਦੱਸੋ ਕਿ ਕੀ ਕਰਨਾ ਚਾਹੀਦਾ ਇੱਥੇ, ਆਪਾਂ ਕੀ ਐਡਵਾਈਸ ਦੇ ਸਕਦੇ ਉਹਨਾਂ ਨੂੰ? ਯੂਰੀਨੇਸ਼ਨ ਦਾ ਨਾਰਮਲ ਪ੍ਰੋਸੈਸ ਹੈ ਬੋਡੀ ਦਾ, ਤੇ ਇਹਦੇ ਵਿੱਚ ਜੇ ਪ੍ਰੋਬਲਮ ਕੀ ਹੈਗੀ? ਉਹ ਕਹਿੰਦੇ ਜਦੋਂ ਅਸੀਂ ਜ਼ਿਆਦਾ ਪਾਣੀ ਪੀ ਲੈਂਦੇ ਹਾਂ ਨਾ, ਜਿੱਦਾਂ ਜੂਸੀ ਫਰੂਟ ਖਾ ਲਿਆ, ਜੂਸੀ ਸੈਲਡ ਖਾ ਲਿਆ, ਉਹਦੇ ਨਾਲ ਜ਼ਿਆਦਾ ਅਸੀਂ ਯੂਰਿਨ ਮਤਲਬ ਪਾਸ ਕਰਦੇ ਹਾਂ, ਤੇ ਹਰ 1 ਘੰਟੇ ਬਾਅਦ ਸਾਨੂੰ ਉੱਠ ਕੇ ਜਾਣਾ ਪੈਂਦਾ ਹੈ, ਤਾਂ ਇਸ ਕਰਕੇ ਅਸੀਂ ਪਾਣੀ ਦੀ ਜਿਹੜੀ ਕੁਆਂਟੀਟੀ ਹੁੰਦੀ ਅਸੀਂ ਘੱਟ ਕਰ ਦਿੰਦੇ ਹਾਂ। ਪਾਣੀ ਦੀ ਮਾਤਰਾ ਅਸੀਂ ਘੱਟ ਕਰ ਦਿੰਦੇ ਹਾਂ ਕਿ ਅਸੀਂ ਜ਼ਿਆਦਾ ਬਾਥਰੂਮ ਨਾ ਜਾਈਏ। ਕਿ ਇਹ ਵੀ ਇੱਕ ਨੁਕਸ ਪੈਦਾ ਕਰਦਾ ਹੈ ਜੇ ਅਸੀਂ ਪਾਣੀ ਘੱਟ ਪੀਂਦੇ ਹਾਂ ਡਿਊਰਿੰਗ ਕੋਵਿਡ-19 ਜਾਂ ਸਾਨੂੰ ਬੁਖਾਰ ਹੋਇਆ ਹੁੰਦਾ ਹੈ, ਦੇਖिए ਉਹਦੇ ਬॉडी ਨਾਲ। ਵਿੱਚ ਆਪਟੀਮਮ ਰੇਂਜ ਆਫ ਵਾਟਰ ਕੁਆਂਟੀਟੀ ਰਿਕੁਆਇਰਡ ਹੈਗੀ 8 ਅੰਜੁਲੀ ਪਾਣੀ ਕਿਹਾ ਜਾਂਦਾ ਹੈ। ਸੋ ਬੇਸਿਕਲੀ ਰੂਲ ਆਫ ਦਾ ਥੰਬ ਇਹ ਹੈਗਾ ਕਿ ਜਦੋਂ ਆਪਾਂ ਸਵੇਰੇ ਉੱਠੀਏ, ਉੱਠ ਕੇ ਘੱਟੋ ਘੱਟ 1 ਜਾਂ 2 ਗਲਾਸ ਪਾਣੀ ਸਵੇਰੇ ਉੱਠ ਕੇ ਜ਼ਰੂਰ ਪੀਈਏ ਬਿਨਾਂ ਬ੍ਰਸ਼ ਕੀਤੇ। ਤੇ ਇਸ ਤੋਂ ਇਲਾਵਾ ਬਾਅਦ ਵਿੱਚ ਜਦ ਵੀ ਸਾਨੂੰ ਪਿਆਸ ਲੱਗੇ ਤਾਂ ਪਾਣੀ ਪੀਜੀਏ। ਇਹ ਨਹੀਂ ਕਿ ਬਈ ਇੰਨੇ ਗਲਾਸ ਪੀਣਾ ਹੀ ਪੀਣਾ ਹੈਗਾ, ਉਸ ਤਰ੍ਹਾਂ ਨਹੀਂ। ਜਿੰਨੀ ਪਿਆਸ ਲੱਗੇ ਉਹਨਾਂ ਪਾਣੀ ਪੀਣਾ। ਫੋਰ ਐਗਜ਼ਾਮਪਲ ਹੁਣ ਮੈਂ ਰੋਟੀ ਸਬਜ਼ੀ ਖਾਧੀ, ਰੋਟੀ ਸਬਜ਼ੀ ਖਾਣ ਤੋਂ ਬਾਅਦ ਉਹਦੇ ਨਾਲ ਪਾਣੀ ਨਹੀਂ ਪੀਣਾ ਕਦੀ ਵੀ, ਤੇ ਤੁਰੰਤ ਬਾਅਦ ਵੀ ਨਹੀਂ ਪੀਣਾ। ਹਮੇਸ਼ਾ 1 ਘੰਟੇ ਦਾ ਗੈਪ ਰੱਖ ਕੇ ਪਾਣੀ ਪੀਣਾ ਹੈ, ਤੇ ਉਹਨਾਂ ਪੀਣਾ ਜਿੰਨੀ ਪਿਆਸ ਲੱਗੇ। ਜੀ। ਸੋ ਇਹ ਸਾਡਾ ਨਾਰਮਲ ਰੂਟੀਨ ਵਿੱਚ ਹੋਣਾ ਚਾਹੀਦਾ ਹੈ। ਤੇ ਜਿਹੜੀ ਆਪਾਂ ਫਲੂ ਡਾਈਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਸਾਨੂੰ ਪਿਸ਼ਾਬ ਆ ਰਿਹਾ, ਤੇ ਉਹ ਪਿਸ਼ਾਬ ਮਾੜਾ ਥੋੜੀ ਹੈਗਾ, ਉਹ ਤਾਂ ਨੈਚੁਰਲ ਪ੍ਰੋਸੈਸ ਹੈਗਾ। ਜੋ ਤੁਸੀਂ ਅੰਦਰ ਪਾ ਰਹੇ ਹੋ, ਬੋਡੀ ਨੂੰ ਜਿੰਨਾ ਚਾਹੀਦਾ ਉਹਨਾਂ ਰੱਖ ਰਹੀ ਹੈ, ਜਿੰਨਾ ਯੂਟੀਲਾਈਜ਼ ਕਰਨਾ ਹੈ। ਜਿਹੜਾ ਵੇਸਟ ਹੈਗਾ ਉਹ ਬਾਹਰ ਨਿਕਲ ਜਾਊਗਾ, ਤਾਂ ਵੇਸਟ ਤਾਂ ਬਾਹਰ ਨਿਕਲਣਾ ਹੀ ਚਾਹੀਦਾ ਆ, ਤੇ ਇਹੀ ਸਾਡੀ ਹੀਲਿੰਗ ਦਾ ਪਾਰਟ ਹੀ ਹੈਗਾ। ਸੋ ਇਹ ਸਾਡੀ 6 ਡੇਜ਼ ਦੀ ਮੈਂ ਡਾਈਟ ਦਿੱਤੀ। ਉਸ ਤੋਂ ਬਾਅਦ ਮੇਨਟੇਨੈਂਸ ਡਾਈਟ ਜਿਹੜੀ ਹੈਗੀ ਉਹ ਹੈਗੀ ਦੁਪਹਿਰ ਦੇ 12 ਵਜੇ ਤੱਕ ਸਿਰਫ ਫਰੂਟਸ ਤੇ ਰਹਿਣਾ ਹੈਗਾ। 12 ਤੋਂ ਲੈ ਕੇ 4 ਵਜੇ ਦੇ ਵਿੱਚ ਆਪਾਂ ਸੈਲਡ ਲੈ ਸਕਦੇ ਹਾਂ, 4 ਤੋਂ 6 ਵਿੱਚ ਆਪਾਂ ਕੋਈ ਜੂਸ ਲੈ ਸਕਦੇ ਹਾਂ, ਤੇ ਫਿਰ ਰਾਤ ਨੂੰ ਆਪਾਂ ਆਪਣਾ ਜਿਹੜਾ ਹੈਗਾ ਸ਼ੁੱਧ ਸ਼ਾਕਾਹਾਰੀ ਘਰ ਦਾ ਬਣਿਆ ਭੋਜਨ ਖਾ ਸਕਦੇ ਹਾਂ। ਇਹ ਤਦ ਤੱਕ ਚੱਲੂਗਾ ਜਦ ਤੱਕ ਆਪਾਂ ਸਾਰੇ ਸਿੰਪਟਮ ਸਾਡੇ ਖਤਮ ਨਹੀਂ ਹੋ ਜਾਂਦੇ। ਸੋ ਇਸ ਤੋਂ ਇਲਾਵਾ ਇੱਕ ਜਿਹੜੀ ਬੋਨਸ ਟਿਪ ਹੈਗੀ, ਜਿਹੜੀ ਡਾਕਟਰ ਕੇ ਬੀ ਤਿਮਾਨੇ ਜੀ ਦਿੰਦੇ ਹੈਗੇ, ਜਿਹੜੇ ਚੈਸਟ ਸਪੈਸ਼ਲਿਸਟ ਨੇ, ਉਹ ਕਹਿੰਦੇ ਆ ਕਿ ਮੈਂ ਆਪਣੇ ਟਾਈਮ ਤੇ ਐਂਟੀਬਾਇਓਟਿਕਸ ਵੀ ਇਲਾਜ ਕਰਦਾ ਸੀਗਾ, ਮੈਡੀਸਿਨਸ ਵੀ ਦੇਖ ਕੇ ਦੇਖੀਆਂ, ਪਰ ਉਹ ਜਿੰਨਾ ਟਾਈਮ ਲੱਗਦਾ ਸੀਗਾ ਪਲੱਸ ਸਾਈਡ ਇਫੈਕਟਸ, ਉਸ ਤੋਂ ਬੈਟਰ ਉਹਨਾਂ ਨੇ ਕਿਹਾ ਕਿ ਹੁਣ ਮੈਂ ਹਲਦੀ ਨਾਲ ਇਲਾਜ ਕਰਦਾ। ਕਹਿੰਦੇ ਹਲਦੀ ਅਗਰ ਤੁਸੀਂ ਲਓਗੇ ਸਾਈਡ ਇਫੈਕਟਸ ਵੀ ਨਹੀਂ ਹੋਣਗੇ, ਤੇ ਐਂਟੀਬਾਇਓਟਿਕਸ ਵੀ ਜਲਦੀ ਜ਼ਿਆਦਾ ਅਸਰ ਪਾਊਗਾ। ਸੋ ਉਹ ਕੀ ਕਹਿੰਦੇ ਹੈਗਾ ਕਿ ਦਿਨ ਵਿੱਚ 2 ਜਾਂ 3 ਵਾਰੀ ਤੁਸੀਂ ਘੱਟੋ ਘੱਟ ਹਲਦੀ ਵਾਲਾ ਪਾਣੀ ਲਵੋ, ਯਾਨੀ ਕਿ 1 ਗਲਾਸ ਗਰਮ ਪਾਣੀ ਦੇ ਵਿੱਚ 1 ਚਮਚ ਪਾਊਡਰ ਹਲਦੀ ਡਾਲ ਕੇ, ਤੇ ਉਹਨੂੰ ਸਿਪ ਕਰਕੇ ਤੁਸੀਂ ਪੀ ਲਵੋ ਦਿਨ ਵਿੱਚ 2 ਵਾਰੀ ਜਾਂ 3 ਵਾਰੀ। ਜਿਵੇਂ ਸਵੇਰੇ 9 ਵਜੇ ਦੇ ਆਸ-ਪਾਸ ਲੈ ਲਿਆ, ਦੁਪਹਿਰੀ 3 ਵਜੇ ਦੇ ਆਸ-ਪਾਸ ਲੈ ਲਿਆ, ਇੱਕ ਰਾਤੀ 9 ਵਜੇ ਦੇ ਆਸ-ਪਾਸ ਲੈ ਲਿਆ। ਸੋ ਇਸ ਤਰ੍ਹਾਂ ਆਪਾਂ ਕਰਾਂਗੇ, ਆਪਣਾ ਰੂਟੀਨ ਬਣਾ ਲਾਂਗੇ, ਤੇ ਕੋਈ ਵੀ ਸਿੰਪਟਮ ਹੋਵੇ ਸਾਨੂੰ, ਆਪਾਂ ਠੀਕ ਹੋ ਜਾਵਾਂਗੇ। ਸੋ ਇਹ ਤਾਂ ਸੀਗੀ ਫੀਵਰ ਮੈਨੇਜਮੈਂਟ ਦੀ ਗੱਲ। ਜੀ। ਫੀਵਰ ਮੈਨੇਜਮੈਂਟ, ਸੋ ਇਹਦੇ ਵਿੱਚ ਫੀਵਰ ਮੈਨੇਜਮੈਂਟ ਵਿੱਚ ਸਾਨੂੰ ਕੀ ਕਰਨਾ ਹੈਗਾ, ਟੈਂਪਰੇਚਰ ਦੀ ਰੇਂਜ ਦੇਖਣੀ ਹੈਗੀ। ਜੇ 102 ਤੋਂ ਥੱਲੇ ਦਾ ਸਾਡਾ ਟੈਂਪਰੇਚਰ ਹੈਗਾ, ਤੇ ਆਪਾਂ ਬਿਲਕੁਲ ਸੇਫ ਹੈਗੇ ਹਾਂ। 102 ਤੋਂ ਉੱਤੇ ਤੋਂ ਥੱਲੇ ਜਿਹੜਾ ਹੈਗਾ ਕੋਈ ਸਾਨੂੰ ਇਸ਼ੂ ਨਹੀਂ ਆਉਂਦਾ। ਸੋ 102 ਤੋਂ ਥੱਲੇ ਟੈਂਪਰੇਚਰ ਮੇਨਟੇਨਡ ਰਵੇ, ਉਹਦੇ ਵਾਸਤੇ ਅਸੀਂ ਕੀ ਕਰਨਾ ਹੈਗਾ,
ਕਿਉਂਕਿ ਮੈਂ ਕਿਹਾ ਨਾ ਕਿ ਵੀ ਜਿਹੜੀ ਫਲੂ ਡਾਈਟ ਹੋਏਗੀ ਤੁਹਾਨੂੰ ਠੀਕ ਕਰ ਦੂਗੀ, ਪਰ ਕਈ ਵਾਰੀ ਕੀ ਹੋਏਗਾ ਟੈਂਪਰੇਚਰ 103 104 ਤੱਕ ਵੀ ਜਾਊਗਾ। ਹੁਣ ਉਸ ਕੇਸ ਵਿੱਚ ਬੰਦਾ ਪੈਨਿਕ ਵਿੱਚ ਆ ਕੇ ਪੈਰਾਸੀਟਾਮੋਲ ਲੈ ਲੇਗਾ ਜਾਂ ਕ੍ਰਿਓਸਿਨ ਲੈ ਲੇਗਾ ਜਾਂ ਡੋਲੋ ਲੈ ਲੇਗਾ, ਵਿਚ ਇਜ਼ ਨਾਟ ਸਾਇੰਸ। ਸੋ ਉਸ ਕੇਸ ਵਿੱਚ ਸਾਨੂੰ ਕੀ ਕਰਨਾ ਹੈਗਾ, ਸਾਨੂੰ ਆਪਣੇ ਟੈਂਪਰੇਚਰ ਨੂੰ 102 ਤੋਂ ਥੱਲੇ ਮੈਨੇਜ ਕਰਨ ਵਾਸਤੇ ਠੰਡੀ ਪੱਟੀਆਂ ਕਰਨੀਆਂ ਨੇ। ਡਾਈਟ ਤਾਂ ਚੱਲਦੀ ਰਹੂਗੀ, ਲੇਕਿਨ ਜਦ ਤੁਸੀਂ ਦੇਖਿਆ ਕਿ ਟੈਂਪਰੇਚਰ 102.5 ਜਾਂ 103 ਹੋ ਗਿਆ, ਤੇ ਹੁਣ ਤੁਸੀਂ ਆਪਣੀ ਪੈਰਾਂ ਦੇ ਉੱਤੇ ਠੰਡੀ ਪੱਟੀਆਂ ਲਗਾ ਦੋਗੇ, ਆਪਣੀ ਕਮਰ ਦੇ ਉੱਤੇ ਲਗਾ ਦੋਗੇ, ਆਪਣੇ ਮੱਥੇ ਤੇ ਲਾ ਦੋਗੇ। ਸੋ ਇਸ ਤਰ੍ਹਾਂ ਠੰਡੀ ਪੱਟੀਆਂ ਲਾਉਂਦੇ ਰਹੋਗੇ ਜਦ ਤੱਕ ਟੈਂਪਰੇਚਰ 102 ਜਾਂ 102 ਤੋਂ ਥੱਲੇ ਨਾ ਆ ਜਾਵੇ। ਹੁਣ ਇੱਥੇ ਦੇਖਣ ਵਾਲੀ ਗੱਲ ਕੀ ਹੈ, ਕਈ ਵਾਰੀ ਕੀ ਹੁੰਦਾ ਹੈ ਕਿ ਸ਼ਿਵਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਠੰਡੀ ਪੱਟੀਆਂ ਨਾਲ, ਕੰਪਕਪੀ ਛਿੜ ਜਾਂਦੀ ਹੈ ਸਰੀਰ ਵਿੱਚ। ਜੇ ਸਾਡੇ ਅੰਦਰ ਬੋਡੀ ਵਿੱਚ ਸ਼ਿਵਰਿੰਗ ਆ ਗਈ, ਸ਼ਿਵਰਿੰਗ ਦੈਟ ਮੀਨਸ ਕਿ ਬੋਡੀ ਕਹਿ ਰਹੀ ਹੈ ਨਹੀਂ, ਅਜੇ ਮੈਂ ਠੰਡਾ ਨਹੀਂ ਹੋਣਾ ਚਾਹੁੰਦੀ, ਮੈਨੂੰ ਅਜੇ ਹੀਟ ਚਾਹੀਦੀ ਹੈ ਤਾਂ ਕਿ ਮੈਂ ਬਿਮਾਰੀ ਨੂੰ ਬਾਹਰ ਕੱਢ ਸਕਾਂ। ਸੋ ਆਪਾਂ ਬੋਡੀ ਦੀ ਸੁਣਨੀ ਹੈ ਕਿ ਬੋਡੀ ਠੀਕ ਹੈ, ਤੁਸੀਂ ਸ਼ਿਵਰਿੰਗ ਕਰ ਰਹੇ ਹੋ, ਤੇ ਫਿਰ ਆਪਾਂ ਠੰਡੀ ਪੱਟੀ ਨਹੀਂ ਦਿੰਦੇ, ਹੁਣ ਸਾਨੂੰ ਕੰਬਲ ਦੇ ਦੇਣਾ ਹੈ ਤਾਂ ਕਿ ਬੋਡੀ ਫਿਰ ਟੈਂਪਰੇਚਰ ਉਹਦਾ ਬਣ ਜਾਵੇ। ਫਿਰ ਥੋੜੀ ਦੇਰ ਵੇਟ ਕਰਨਾ ਹੈਗਾ, ਜੇ ਟੈਂਪਰੇਚਰ 102 ਤੋਂ ਉੱਤੇ ਹੈਗਾ ਫਿਰ ਠੰਡੀ ਪੱਟੀ ਕਰਕੇ ਦੇਖਣੀ ਹੈਗੀ, ਤੇ ਜੇ ਬੋਡੀ ਟੈਂਪਰੇਚਰ 102 ਥੱਲੇ ਆ ਗਿਆ ਠੰਡੀ ਪੱਟੀ ਰੋਕ ਦੇਣੀ ਹੈਗੀ, ਸਿਰਫ ਡਾਈਟ ਕੰਟੀਨਿਊ ਕਰਨੀ ਹੈਗੀ। ਲੇਕਿਨ ਅਗਰ ਫਿਰ ਸ਼ਿਵਰਿੰਗ ਛਿੜ ਰਹੀ ਹੈ ਤਾਂ ਫਿਰ ਕੰਬਲ ਪਾ ਦੇਣਾ ਹੈ। ਸੋ ਇਸ ਤਰ੍ਹਾਂ ਆਪਾਂ ਨੂੰ ਮੈਨੇਜ ਕਰਨਾ ਹੈਗਾ ਟੈਂਪਰੇਚਰ 102 ਤੋਂ ਥੱਲੇ ਨੈਚੁਰਲੀ। ਸੋ ਇਹ ਤਾਂ ਹੋ ਗਈ ਸਾਡੀ ਫੀਵਰ ਮੈਨੇਜਮੈਂਟ। ਇਸ ਤੋਂ ਇਲਾਵਾ ਫੀਵਰ ਦੇ ਵਾਸਤੇ ਗਰਮ ਕਾੜਾ ਵੀ ਹੁੰਦਾ ਹੈ, ਕਿਉਂਕਿ ਕਈ ਲੋਕੀ ਕਹਿੰਦੇ ਸਾਨੂੰ ਠੰਡ ਲੱਗ ਰਹੀ ਹੈ ਨਾਰੀਅਲ ਪਾਣੀ ਨਾਲ ਜਾਂ ਫਿਰ ਜੂਸਿਸ ਨਾਲ। ਸੋ ਗਰਮ ਕਾੜਾ ਜਿਹੜਾ ਹੈਗਾ ਉਹਦੀ ਰੈਸਿਪੀ ਜਿਹੜੀ ਹੈਗੀ ਮੈਂ ਆਪਣੀ ਵੈਬਸਾਈਟ ਤੇ ਪਾਈ ਹੈ gosatvik.ca/healme gosatvik.ca/HEALME। ਇਸ ਤੇ ਜਾਓਗੇ ਤੇ ਉਸ ਤੇ ਸਾਰੇ ਪ੍ਰੋਟੋਕਾਲ ਆ ਜਾਓਗੇ, ਕਿਹੜੇ ਕਿਹੜੇ ਕਾੜੇ ਆਪਾਂ ਕਿਹੜੀ ਕਿਹੜੀ ਸਿੰਪਟਮ ਮੈਨੇਜਮੈਂਟ ਵਿੱਚ ਲੈ ਸਕਦੇ ਹਾਂ। ਸੋ ਇਹ ਤਾਂ ਸਾਡੀ ਹੋ ਗਈ ਫੀਵਰ ਮੈਨੇਜਮੈਂਟ। ਤੇ ਹਾਂਜੀ। ਸੋ ਇਸ ਤੋਂ ਸਾਡਾ ਹੁਣ ਥੋੜਾ ਟਾਈਮ ਵੀ ਥੋੜਾ ਹੀ ਰਹਿੰਦਾ, ਇੱਕ ਅੱਧਾ ਮਿੰਟ ਹੋਰ ਤੁਹਾਡੇ ਕੋਲ ਹੈਗਾ। ਸੋ ਅਸੀਂ ਮੇਨ ਗੱਲ ਕਰਦੇ ਹਾਂ ਆਕਸੀਜਨ ਤੇ। ਆਕਸੀਜਨ ਤੇ ਆਪਾਂ ਲੋਕਾਂ ਨੂੰ ਇਹੀ ਸਲਾਹ ਦੇਵਾਂਗੇ ਕਿ ਤੁਸੀਂ ਪਾਨਿਕ ਨਾ ਹੋ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਅਸੀਂ ਘਰ ਵਿੱਚ ਵੀ ਆਕਸੀਜਨ ਨੂੰ, ਜਿੱਦਾਂ ਇੱਕ ਤੁਸੀਂ ਪ੍ਰੋਨ ਦੱਸਿਆ ਕਿ ਇਸ ਤਰੀਕੇ ਨਾਲ ਅਸੀਂ ਉਹਨੂੰ ਕਵਰ ਕਰ ਸਕਦੇ ਹਾਂ, ਇਹਦਾ ਕੋਈ ਹੋਰ ਤਰੀਕਾ ਵੀ ਹੈਗਾ ਜਿਹਦੇ ਨਾਲ ਅਸੀਂ ਪੈਨਿਕ ਨੂੰ ਹੋਰ ਕੰਟਰੋਲ ਕਰੀਏ, ਜਾਂ ਫਿਰ ਆਕਸੀਜਨ ਦਾ ਲੈਵਲ ਨੂੰ ਆਪਾਂ ਕਿਵੇਂ ਉਹਨੂੰ ਕੰਟਰੋਲ ਕਰੀਏ, ਤੇ ਕਿਹੜਾ ਲੈਵਲ ਠੀਕ ਰਹੇਗਾ ਆਕਸੀਜਨ ਵਾਸਤੇ? ਇਹਦੇ ਵਿੱਚ ਕੀ ਹੈਗਾ, ਸਾਡਾ ਆਕਸੀਜਨ 95 ਪਲੱਸ ਹੁੰਦਾ ਤਾਂ ਕੋਈ ਟੈਨਸ਼ਨ ਦੀ ਗੱਲ ਹੈ ਹੀ ਨਹੀਂ। ਦੋ ਮੇਨ ਚੀਜ਼ਾਂ ਸਾਨੂੰ ਦੇਖਣੀਆਂ ਨੇ ਕਦੀ ਵੀ ਫਲੂ ਆਉਂਦਾ ਹੈ, ਉਹ ਹੈਗਾ ਟੈਂਪਰੇਚਰ, ਇੱਕ ਹੈਗਾ ਬਰੀਥਿੰਗ। ਟੈਂਪਰੇਚਰ ਅਗਰ ਸਾਡਾ 102 ਤੋਂ ਥੱਲੇ ਹੈਗਾ, ਟੈਨਸ਼ਨ ਦੀ ਗੱਲ ਨਹੀਂ ਹੈਗੀ। ਬਰੀਥਿੰਗ ਵਿੱਚ ਸਾਨੂੰ ਦੇਖਣਾ ਕਿ ਸਾਨੂੰ ਸਾਂਸ ਲੈਣ ਵਿੱਚ ਤਕਲੀਫ ਤਾਂ ਨਹੀਂ ਹੋ ਰਹੀ। ਹੁਣ ਆਕਸੀਜਨ ਨਹੀਂ ਵੀ ਤੁਸੀਂ ਚੈੱਕ ਕਰੋਗੇ, ਤੁਹਾਨੂੰ ਸਾਂਸ ਲੈਣ ਵਿੱਚ ਤਕਲੀਫ ਹੋਣ ਲੱਗ ਪਈ, ਦੈਟ ਮੀਨਸ ਕਿ ਤੁਹਾਨੂੰ ਡਾਈਟ ਤੇ ਆ ਜਾਣਾ ਹੈ। ਪਲੱਸ ਕੰਫਰਟ ਲੈਣ ਵਾਸਤੇ ਕੀ ਕਰਨਾ ਹੈਗਾ, ਡਾਈਟ ਤਾਂ ਅੰਦਰੋਂ ਠੀਕ ਕਰੂਗੀ ਲੇਕਿਨ ਬਾਹਰੋਂ ਸਾਨੂੰ ਸਿੰਪਟੋਮੈਟਿਕ ਰਿਲੀਫ ਚਾਹੀਦਾ ਹੈ। ਉਹਦੇ ਵਾਸਤੇ ਸਾਨੂੰ ਕੀ ਕਰਨਾ ਪਊਗਾ, ਜਿਵੇਂ ਮੈਂ ਦੱਸਿਆ ਸੀਗਾ ਅੱਗੇ ਹੋ ਕੇ ਬਹਿਣਾ। ਹੁਣ ਏਦਾਂ ਅੱਗੇ ਹੋ ਕੇ ਬਹਿ ਗਏ, ਹੱਥ ਵਿੱਚ ਲੈ ਲਿਆ ਇੱਕ ਚਾਈਨੀਜ਼ ਫੈਨ, ਜਿਹੜਾ ਆਟੋਮੈਟਿਕ ਚਾਈਨੀਜ਼ ਫੈਨ ਨਹੀਂ ਆਉਂਦਾ ਕਿ ਪੰਖੇ ਨਾਲ ਹਵਾ ਚੱਲਦੀ ਹੈ, ਉਸ ਫੈਨ ਨੂੰ ਪਕੜ ਕੇ ਆਪਣੇ ਨੱਕ ਦੇ ਅੱਗੇ ਰੱਖ ਲੈਣਾ ਹੈ। ਔਰ ਨੱਕ ਦੇ ਅੱਗੇ ਰੱਖਾਂਗੇ, ਉਹ ਹਵਾ ਸਿੱਧਾ ਡਾਇਰੈਕਟਲੀ ਸਾਡੇ ਨੱਕ ਵਿੱਚ ਪਾਊਗਾ। ਐਜ਼ ਅ ਰਿਜ਼ਲਟ ਕੀ ਹੋਏਗਾ, ਬੋਡੀ ਵਿੱਚ ਸਿੰਪਟੋਮੈਟਿਕ ਰਿਲੀਫ ਆਏਗਾ, ਸਾਨੂੰ ਸਾਂਸ ਲੈਣ ਵਿੱਚ ਤਕਲੀਫ ਘਟੇਗੀ, ਸਾਡੀ ਬਰੀਥਿੰਗ ਨਾਰਮਲ ਹੋ ਜਾਊਗੀ। ਤੇ ਜੇ ਠੀਕ ਆਪਾਂ ਅੱਗੇ ਹੋ ਕੇ ਬੈਠਾਂਗੇ ਤੇ ਉਹਦੇ ਨਾਲ ਵੀ ਪ੍ਰੋਪਰਲੀ ਜਾਊਗੀ। ਲੇਕਿਨ ਪ੍ਰੋਬਲਮ। ਇਹ ਧਿਆਨ ਇਹ ਰੱਖਣਾ ਹੈ ਕਿ ਇਹ ਅੱਧਾ 1 ਘੰਟਾ ਕਰਨਾ ਹੈ। ਜੇ ਤੁਹਾਨੂੰ ਰਿਲੀਫ ਲੱਗਣ ਲੱਗ ਪਿਆ ਤੁਸੀਂ ਛੱਡ ਸਕਦੇ, ਫਿਰ ਤੁਹਾਨੂੰ ਅਗਰ ਪ੍ਰੋਬਲਮ ਲੱਗਦੀ ਹੈ ਫਿਰ ਤੁਸੀਂ ਲੱਗ ਲਓ। ਫਿਰ ਆਕਸੀਮੀਟਰ ਵੀ ਚੈੱਕ ਕਰੋ ਨਾਲ, ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜੇ ਆਕਸੀਮੀਟਰ ਰੀਡਿੰਗ ਜਿਹੜੀ ਹੈਗੀ 90 ਪਲੱਸ ਹੈਗੀ, ਤਾਂ ਇਹਦੇ ਨਾਲ ਹੀ ਕੰਮ ਚੱਲ ਜਾਊਗਾ। ਜੇ ਤੁਹਾਨੂੰ ਲੱਗ ਰਿਹਾ ਕਿ ਬਰੀਥਿੰਗ ਡਿਫਿਕਲਟੀ ਵੀ ਹੈਗੀ, ਆਕਸੀਮੀਟਰ ਦੀ ਰੀਡਿੰਗ 90 ਤੋਂ ਥੱਲੇ ਜਾ ਰਹੀ ਹੈ, 89 ਤੱਕ ਆ ਗਈ ਹੈ, ਤੇ ਤੁਸੀਂ ਹੁਣ ਪ੍ਰੋਨ ਪੋਜੀਸ਼ਨ ਕਰਨਾ ਹੈ। ਪ੍ਰੋਨ ਪੋਜੀਸ਼ਨ ਜਿਵੇਂ ਮੈਂ ਦੱਸਿਆ ਸੀਗਾ, ਉਲਟਾ ਲੇਟਣਾ ਹੈਗਾ। ਉਸ ਤਰ੍ਹਾਂ ਉਹਦੇ ਅਗਰ ਤੁਸੀਂ ਪੂਰਾ ਪ੍ਰੋਪਰ ਪੋਜੀਸ਼ਨ ਦੇਖਣੀ ਹੈ, ਡਾਇਗਰਾਮ ਦੇਖਣਾ ਹੈ, ਮੇਰੀ ਵੈਬਸਾਈਟ ਤੇ ਮੈਂ ਡਾਲਿਆ ਹੋਇਆ ਉਹੀ ਜਿਹੜਾ ਪੁਰਾਣਾ ਲਿੰਕ ਦੱਸਿਆ ਸੀ gosatvik.ca/healme, ਪੂਰਾ ਉਹਦੇ ਵਿੱਚ ਵੀਡੀਓ ਡਾਲੀ ਹੋਈ ਹੈ ਕਿਵੇਂ ਕਰਨਾ ਹੈਗਾ, ਪੋਸਟਰ ਪਾਇਆ ਹੋਇਆ ਹੈ। ਸੋ ਪ੍ਰੋਨ ਪੋਜੀਸ਼ਨ ਵਿੱਚ ਲੇਟਣਾ ਹੈਗਾ, ਕਿੰਨੀ ਦੇਰ ਲੇਟਣਾ ਹੈਗਾ, ਜਿੰਨੀ ਦੇਰ ਤੱਕ ਤੁਹਾਨੂੰ ਰਿਲੀਫ ਨਹੀਂ ਮਿਲਦਾ ਜਾਂ ਆਕਸੀਮੀਟਰ ਦੀ ਰੇਟਿੰਗ 90 ਤੋਂ ਉੱਤੇ ਨਹੀਂ ਆ ਜਾਂਦੀ। 10 ਘੰਟੇ ਵੀ ਲੇਟ ਸਕਦੇ ਹਾਂ, 12 ਘੰਟੇ ਵੀ ਲੇਟ ਸਕਦੇ ਹਾਂ। ਲੇਕਿਨ ਜਿਹੜੇ ਯੰਗ ਬੰਦੇ ਨੇ ਉਹ ਤਾਂ ਆਰਾਮ ਨਾਲ ਲੇਟ ਪਾਵਾਂਗੇ, ਲੇਕਿਨ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਥੋੜਾ ਜਿਹਾ ਹੋ ਸਕਦਾ ਬੈਕ ਵਿੱਚ ਪੇਨ ਹੋਵੇ ਜਾਂ ਕੋਈ ਪ੍ਰੋਬਲਮ ਆਵੇ, ਸੋ ਉਹ ਘੰਟੇ ਵਿੱਚ 10-15 ਮਿੰਟ ਦੀ ਬ੍ਰੇਕ ਲੈ ਸਕਦੇ ਆ, ਉਹਦੇ ਵਿੱਚ ਵਾਸ਼ਰੂਮ ਜਾ ਸਕਦੇ ਆ, ਖਾਣਾ ਖਾ ਸਕਦੇ ਆ, ਤੇ ਨਾਲ ਆਪਣੇ ਪੰਖਾ ਵੀ ਫੜ ਕੇ ਰੱਖ ਸਕਦੇ ਆ। ਉਸੇ ਬ੍ਰੇਕ ਦੇ ਵਿੱਚ ਆਪਣਾ ਸਾਰਾ ਕੰਮ ਕਰਕੇ ਫਿਰ ਉਸੇ ਪੋਜੀਸ਼ਨ ਵਿੱਚ ਲੇਟ ਜਾਣਾ ਹੈ, ਫਿਰ 15-16 ਘੰਟੇ ਲੇਟਣਾ ਹੈਗਾ। ਇੱਕ ਖਾਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਲੇਟੇ ਹੋਣਗੇ ਤਾਂ ਉਹਨਾਂ ਦੀ ਜਿਹੜੀ ਆਕਸੀਜਨ ਹੈ ਉਹ ਵੱਧਦੀ ਜਾਏਗੀ 90 ਪਲੱਸ ਆ ਜਾਏਗੀ। ਲੇਕਿਨ ਜਦੋਂ ਜਿਵੇਂ ਉਹ ਖੜੇ ਹੋਣ ਲੱਗਣਗੇ, ਬ੍ਰੇਕ ਲੈਣ ਲੱਗਣਗੇ, ਆਕਸੀਜਨ ਉਹਨਾਂ ਦੀ ਡਿਪ ਕਰ ਸਕਦੀ ਹੈ। ਸੋ ਪੈਨਿਕ ਨਹੀਂ ਕਰਨਾ ਉਸ ਵੇਲੇ, ਆਪਣੇ ਨਾਲ ਕਿਸੇ ਨੂੰ ਰੱਖਣਾ ਸਪੋਰਟ ਵਾਸਤੇ, ਤੇ ਵਾਸ਼ਰੂਮ ਵਗੈਰਾ ਹੋ ਕੇ ਆਣਾ ਹੈ ਤੇ ਆਪਣਾ ਖਾਣਾ ਖਾ ਕੇ ਫਿਰ ਦੁਬਾਰਾ ਉਸੇ ਪੋਜੀਸ਼ਨ ਵਿੱਚ ਲੇਟ ਜਾਣਾ ਹੈ। ਸੋ ਇਹ ਦੋ ਚੀਜ਼ਾਂ ਦੀ ਆਪਾਂ ਮੈਨੇਜਮੈਂਟ ਡਿਸਕਸ ਕਰ ਲਈ, ਫੀਵਰ ਦੀ ਤੇ ਆਕਸੀਜਨ ਦੀ। ਇਸ ਤੋਂ ਇਲਾਵਾ ਜਿਹੜੇ ਬਾਕੀ ਸਿੰਪਟਮਸ ਨੇ ਉਹਦੇ ਵਾਸਤੇ ਉਸ ਲਿੰਕ ਤੇ ਜਾ ਕੇ ਆਪ ਜੀ ਦੇਖ ਸਕਦੇ ਹੈਗੇ, ਤੇ ਇਹ ਮੇਨ ਚੀਜ਼ਾਂ ਹੈਗੀਆਂ। ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਅਸੀਂ ਆਸ ਕਰਾਂਗੇ ਕਿ ਸਾਡੇ ਸਰੋਤੇ ਦਰਸ਼ਕ ਇਸ ਵੀਡੀਓ ਨੂੰ ਜ਼ਰੂਰ ਦੇਖਣਗੇ ਅਤੇ ਆਪਣੇ ਡਾਕਟਰ ਆਪ ਬਣਨਗੇ, ਕਿਉਂਕਿ ਅਸੀਂ ਜੇ ਬਾਹਰਲੇ ਡਾਕਟਰਾਂ ਦੇ ਪਿੱਛੇ ਜਾਂਦੇ ਹਾਂ, ਦੇਖਦੇ ਹਾਂ, ਉਹ ਡਾਕਟਰ ਸਾਨੂੰ ਬਾਹਰ ਹਸਪੀਟਲਾਂ ਵਿੱਚ ਗੁੰਮਰਾਹ ਕਰਦੇ ਨੇ, ਪੈਨਿਕ ਵਿੱਚ ਲੈ ਕੇ ਆਉਂਦੇ ਨੇ, ਹਸਪੀਟਲ ਖਾਲੀ ਹੁੰਦੇ ਨੇ, ਡਾਕਟਰ ਅਵੇਲੇਬਲ ਨਹੀਂ ਹੁੰਦੇ ਨੇ।
ਐਵੇਂ ਹੀ ਸਾਰਾ ਕੁਝ ਕ੍ਰੀਏਟ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਕ ਖੌਫ ਦੇ ਵਿੱਚ ਪਾ ਰਹੇ ਨੇ। ਤੇ ਜਦੋਂ ਵੀ ਜਿੱਥੇ ਖੌਫ ਆ ਜਾਏਗਾ ਉੱਥੇ ਮੌਤ ਆਪਣੇ ਆਪ ਆਂਦੀ ਹੈ, ਨੇੜੇ ਹੀ ਆਂਦੀ ਹੈ। ਤੇ ਜਿੱਥੇ ਖੌਫ ਨਹੀਂ ਹੁੰਦਾ ਉੱਥੇ ਜ਼ਿੰਦਗੀ ਹੁੰਦੀ ਹੈ। ਹੁਣ ਚੂਜ਼ ਤੁਸੀਂ ਆਪ ਕਰਨਾ ਹੈ ਕਿ ਪੈਨਿਕ ਵਿੱਚ ਜਾਣਾ, ਮੌਤ ਦੇ ਗਲੇ ਲੱਗਣਾ ਹੈ, ਜਾਂ ਜ਼ਿੰਦਗੀ ਨੂੰ ਦੇਖਣਾ ਹੈ। ਤਾਂ ਮੈਂ ਕਹਿੰਦੀ ਕਿ ਟੈਲੀਵਿਜ਼ਨ ਨੂੰ ਸ਼ਟ ਡਾਊਨ ਕਰੋ, ਜ਼ਿਆਦਾ ਖਬਰਾਂ ਨਾ ਸੁਣੋ, ਉਹੀ ਚੀਜ਼ ਸੁਣੋ ਜੋ ਤੁਹਾਡੇ ਵਾਸਤੇ ਚੰਗੀ ਹੈ ਤੇ ਜੋ ਤੁਹਾਨੂੰ ਜ਼ਿੰਦਗੀ ਦੇ ਸਕਦੀ ਹੈ, ਜਦੋਂ ਤੋਂ ਤੁਸੀਂ ਜੀ ਸਕਦੇ ਹੋ। ਆਪਣੇ ਪਰਿਵਾਰ ਬੱਚਿਆਂ ਦੀ ਮੁਸਕਰਾਨ ਬੜੀ ਕੀਮਤੀ ਹੈ ਤੇ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਹੈ। ਆਪਣੇ ਜੀਵਨ ਨੂੰ ਆਪ ਸੰਭਾਲੋ। ਗੁਰੂ ਪਾਤਸ਼ਾਹ ਵੀ ਕਹਿੰਦੇ ਨੇ, ਕਹਿੰਦੇ ਹਰ ਇੱਕ ਦੇ ਪਿੱਛੇ ਨਹੀਂ ਲੱਗੀਦਾ। ਜਿਹੜੀ ਨੈਗੇਟਿਵਿਟੀ ਹੈ ਨਾ ਉਹਨੂੰ ਛੱਡੋ, ਗੁਰਬਾਣੀ ਦੇ ਲੜ ਲੱਗੋ। ਪ੍ਰਭ ਭਾਵੇ ਬਿਨ ਸਾਸ ਤੇ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਪਾਕੇ। ਪ੍ਰਮਾਤਮਾ ਦਾ ਹੁਕਮ ਚੱਲਦਾ ਹੈ ਤੇ ਇੱਥੇ ਹੀ ਪ੍ਰਮਾਤਮਾ ਦਾ ਹੁਕਮ ਹੈ। ਅਸੀਂ ਤਾਂ ਡਾਕਟਰਾਂ ਪਿੱਛੇ ਲੱਗ ਕੇ ਆਪਣੇ ਜੀਵਨ ਗਵਾ ਰਹੇ ਹਾਂ ਇੱਥੋਂ। ਸੋ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂਗੀ, ਜ਼ਰੂਰ ਵੀਡੀਓ ਦੇਖਣਾ, ਆਪਣੇ ਕਮੈਂਟਸ ਵੀ ਦੇਣਾ ਤੇ ਜੇ ਚੰਗੀ ਲੱਗੀ ਤਾਂ ਸਬਸਕ੍ਰਾਈਬ ਵੀ ਕਰਨਾ, ਲਾਈਕ ਜ਼ਰੂਰ ਕਰਨਾ। ਧੰਨਵਾਦ ਕਰਦੇ ਹਾਂ ਕਮਲਪ੍ਰੀਤ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ। ਤੇ ਆਸ ਕਰਾਂਗੇ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇੱਕ ਵਾਰੀ ਸਾਡੇ ਨਾਲ ਜ਼ਰੂਰ ਸਾਂਝ ਪਾਉਣ। ਅਸੀਂ ਚਾਹੁੰਦੇ ਹਾਂ ਕਿ ਜਿੰਨੀ ਕੁ ਪੋਜ਼ਿਟਿਵਿਟੀ ਹੈਗੀ ਆਪਾਂ ਆਪਣੇ ਕੌਮ ਕੋਲ, ਆਪਣੇ ਪੂਰੇ ਸੰਸਾਰ ਭਰ ਦੇ ਵਿੱਚ ਫੈਲਾ ਦਈਏ ਕਿ ਮੁੜ ਤੋਂ ਸੰਸਾਰ ਬਹਾਲ ਹੋ ਜਾਵੇ, ਹਰ ਇੱਕ ਦੇ ਚਿਹਰੇ ਤੇ ਇੱਕ ਖੁਸ਼ੀ, ਇੱਕ ਮੁਸਕਾਨ ਆ ਜਾਵੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਪੰਜਾਬੀ ਵਿਰਾਸਤ ਚੈਨਲ ਤੇ। ਸੋ ਆਓ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।